ਸੋ ਤੀਕਸ਼ਣ ਸੂਦ ਹੋਣਾ ਨੇ ਉਹਨਾਂ ਨੂੰ ਪਿਕਨਿਕ ਮਨਾਉਣ ਗਏ ਦੱਸਿਆ ਤੇ ਨਾਲੇ ਵੀ ਕਿਹਾ ਕਿ ਇਹਨਾਂ ਨੂੰ ਬਾਹਰੋਂ ਪੈਸਾ ਜਿਹੜਾ ਆ ਉਹ ਆ ਰਿਹਾ ਆ। ਉਲਟਾ ਜਿਹੜਾ ਆ ਤੀਕਸ਼ਣ ਸੂਦ ਨੇ ਇਹ ਵੀ ਦੋਸ਼ ਲਾਏ ਕਿ ਜਿਹੜੇ ਨੌਜਵਾਨ ਗੋਹਾ ਸੱਟ ਕੇ ਗਏ ਆ ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ। ਇਹ ਸਰਕਾਰ ਕਹਿ ਰਹੀ ਹੈ ਕਿ ਸੌਦਾ ਕਿਹੜੀਆਂ ਕਰਾਉਣੀਆਂ ਤੇ ਕਿਸਾਨ ਕਹਿ ਰਿਹਾ ਕਿ ਅਸੀਂ ਬਿੱਲ ਜਿਹੜੇ ਆ ਰੱਦ ਕਰਾਉਣੇ ਆ, ਹੋਰ ਸਾਨੂੰ ਮਨਜ਼ੂਰ ਕੋਈ ਨਹੀਂ। ਲੋਕ ਜਿਹੜੇ ਆ ਬਹੁਤ ਨਿਰਾਸ਼ਾ ਵਿੱਚ ਆ, ਰੋ ਰਹੇ ਆ ਇਸ ਗੱਲ ਨੂੰ ਲੈ ਕੇ ਕਿ ਹੋਰ ਕਿੰਨੀਆਂ ਮੌਤਾਂ ਜਿਹੜੀਆਂ ਹੋਣਗੀਆਂ ਕਿ ਮੋਦੀ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਸਰ ਕੇ। ਦੁਨੀਆ ਨੂੰ ਪਤਾ ਹੋਣਾ ਚਾਹੀਦਾ, ਦੁਨੀਆ ਦੀਆਂ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਮੋਦੀ ਦੀ ਜ਼ਿੱਦ ਦੇ ਕਾਰਨ ਇੰਨੀਆਂ ਮੌਤਾਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਆ। ਜੇ ਦੀਪ ਸਿੱਧੂ ਕੋਈ ਗੱਲ ਸਲਾਹ ਦੇਣ ਲਈ ਗੱਲ ਕਰ ਰਿਹਾ ਤਾਂ ਮੇਰਾ ਨਹੀਂ ਖਿਆਲ ਕਿ ਕਿਸਾਨ ਆਗੂ ਜਿਹੜੇ ਆ ਐਡੇ ਵੱਡੇ ਉਹਨਾਂ ਨੂੰ ਘਬਰਾਉਣ ਦੀ ਲੋੜ ਆ ਜਾਂ ਇੰਨੇ ਕਮਜ਼ੋਰ ਆ ਕਿ ਦੀਪ ਸਿੱਧੂ ਉਹਨਾਂ ਦੇ ਕੋਲੋਂ ਕਮਾਂਡ ਖੋਹ ਕੇ ਲੈ ਜਾਊਗਾ। ਸਰਕਾਰ ਹਾਲ ਦੀ ਘੜੀ ਬਿਲਕੁਲ ਵੀ ਝੁਕਣ ਲਈ ਰਾਜ਼ੀ ਜਿਹੜੀ ਆ ਨਹੀਂ ਹੈ। ਇਹ ਗੱਲਾਂ ਬਾਤਾਂ ਲਗਾਤਾਰ ਬੇਨਤੀਜਾ ਹੋ ਕੇ ਮੁੱਕ ਰਹੀਆਂ ਆ। ਇਹ ਗੱਲ ਉਗਰਾਹਾਂ ਉਹਨਾਂ ਨੇ ਵੀ ਕਹੀ ਆ ਕਿ ਕਿਸਾਨ ਜਿਹੜੇ ਆ ਉਹਨਾਂ ਨੂੰ ਹੰਭਾਉਣ ਦੀ ਥਕਾਉਣ ਦੀ ਜਿਹੜੀ ਰਾਜਨੀਤੀ ਆ ਉਹ ਸਰਕਾਰ ਕਰ ਰਹੀ ਆ। ਸੁਪਰੀਮ ਕੋਰਟ ਨੂੰ ਜਿਹੜਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਜਿਹੜੀ ਆ ਗੱਲ ਚਲਾਈ ਜਾਵੇ। ਸਾਨੂੰ ਸਖਤ ਪ੍ਰੋਗਰਾਮ ਦੇਣ ਦੀ ਲੋੜ ਆ। ਰਾਤ ਭਰ ਮੀਂਹ ਪਿਆ, ਟੈਂਟਾਂ ਦੇ ਵਿੱਚ ਦੀ ਪਾਣੀ ਅੱਗੇ ਚਲ ਗਿਆ। ਠੰਡ ਤੋਂ ਬਚਣ ਲਈ ਜੋ ਕੱਪੜਾ ਲੀੜਾ ਉਹਨਾਂ ਨੇ ਰੱਖਿਆ ਹੋਇਆ ਸੀ ਉਹ ਗਿੱਲਾ ਹੋ ਚੁੱਕਾ ਆ। ਇੱਕ ਵਾਰ ਫਿਰ ਦਾ ਸੋਹਤਾ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਜਿਵੇਂ ਕਿ ਗੱਲ ਕਰ ਰਹੇ ਸੀ ਕਿ ਕੈਨੇਡਾ ਦੇ ਕੁਝ ਸਿਆਸੀ ਆਗੂ ਉਹਨਾਂ ਨੂੰ ਆਪਣੇ ਅਹੁਦੇ ਤਿਆਗਣੇ ਪਏ ਆ। ਅਕਸਰ ਜਦੋਂ ਕੋਈ ਕਾਨੂੰਨ ਬਣਦਾ, ਕੋਈ ਆਦੇਸ਼ ਜਾਰੀ ਹੁੰਦਾ ਸਰਕਾਰ ਵੱਲੋਂ ਤਾਂ ਉਹ ਹਰੇਕ ਲਈ ਹੁੰਦਾ, ਇੱਕ ਆਮ ਨਾਗਰਿਕ ਲਈ, ਸਾਡੇ ਸਿਆਸੀ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਵਾਸਤੇ, ਜਾਂ ਜਿਹੜੀਆਂ ਸਾਡੀਆਂ ਫੋਰਸਿਸ ਆ ਉਹਨਾਂ ਵਾਸਤੇ ਕਾਨੂੰਨ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਪਰ ਜਦੋਂ ਕੋਵਿਡ ਦੇ ਸੰਬੰਧੀ ਆਦੇਸ਼ ਜਾਰੀ ਕੀਤੇ ਗਏ ਕਿ ਕਿਸੇ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਗੈਰ ਜ਼ਰੂਰੀ ਜਿਹੜੇ ਕੰਮ ਹੈਗੇ ਆ ਉਹਨਾਂ ਦੇ ਵਾਸਤੇ ਕੰਟਰੀ ਆਊਟ ਨਹੀਂ ਕਰਨਾ ਚਾਹੀਦਾ, ਜਿੱਥੇ ਆਮ ਕਰਕੇ ਬਹੁਤੇ ਲੋਕਾਂ ਨੇ ਆਦੇਸ਼ ਮੰਨੇ ਆ ਉੱਥੇ ਸਰਕਾਰ ਦੇ ਹੀ ਅੰਗ ਰਹੇ ਕੁਝ MP MLAs ਨੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਆ। ਅਤੇ ਸਭ ਤੋਂ ਪਹਿਲ ਜਿਹੜੀ ਉਹ ਓਨਟਾਰੀਓ ਦੇ ਫਾਈਨੈਂਸ ਮਿਨਿਸਟਰ ਨੇ ਕੀਤੀ। ਉਸ ਤੋਂ ਬਾਅਦ ਜਦੋਂ ਉਹ ਫੜੇ ਗਏ ਤਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਪਰ ਗੱਲ ਜਿਹੜੀ ਆ ਉਹ ਇੱਥੇ ਰੁਕੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਹੋਰ ਖੋਜ ਜਾਰੀ ਰਹੀ ਕਿ ਹੋਰ ਕਿਹੜੇ ਸਿਆਸਤਦਾਨਾਂ ਨੇ ਇਸ ਦੀ ਉਲੰਘਣਾ ਕੀਤੀ ਆ। ਅਤੇ ਇਸ ਦੇ ਵਿੱਚ ਹੁਣ ਬਰੈਂਪਟਨ ਤੋਂ ਜਿਹੜੇ ਲਿਬਰਲ MP ਕਮਲ ਖਹਿਰਾ ਉਹ ਹੁਣ ਫਸੇ ਆ, ਜਿਹੜੇ ਕਿ ਪਾਰਲੀਮਾਨੀ ਸਕੱਤਰ ਵੀ ਆ। ਇਸ ਦੇ ਨਾਲ ਇੱਕ ਡੋਲਰ ਤੋਂ MP ਸਮੀਰ ਜ਼ਬੇਰੀ ਉਹ ਅਤੇ ਕੁਝ ਹੋਰ 4-5 ਜਿਹੜੇ ਸਿਆਸਤਦਾਨ ਨੇ ਕੈਨੇਡਾ ਵਿੱਚ, ਕੁਝ MLAs ਨੇ, ਕੁਝ MPs ਨੇ ਇਸ ਮਾਮਲੇ ਦੇ ਵਿੱਚ ਆਏ ਆ। ਹੁਣ ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ, ਸਪੈਸ਼ਲੀ ਸਾਡੇ ਸਿਆਸੀ ਨੁਮਾਇੰਦੇ ਨੇ, ਜੋ ਖੁਦ ਹੀ ਆਪਣੇ ਹੀ ਦਿੱਤੇ ਹੋਏ ਆਦੇਸ਼ਾਂ ਦੀ ਉਲੰਘਣਾ ਕਰਨਗੇ ਅਤੇ ਜਿਹੜੇ ਆਮ ਲੋਕ ਆ ਉਹ ਆਦੇਸ਼ਾਂ ਦੀ ਪਾਲਣਾ ਕਿਉਂ ਕਰਨਗੇ, ਇਹ ਇੱਕ ਵੱਡਾ ਸਵਾਲ ਜਿਹੜਾ ਆ ਉੱਭਰਿਆ। ਇਸ ਤੋਂ ਬਾਅਦ ਫਿਰ ਜਿਹੜੇ MP ਕਮਲ ਖਹਿਰਾ ਉਹਨਾਂ ਨੇ ਟਵੀਟ ਕੀਤਾ ਬਕਾਇਦਾ, ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ 23 ਦਸੰਬਰ ਨੂੰ ਸਿਆਟਲ ਜਾਣਾ ਪਿਆ ਸੀ, ਅਮਰੀਕਾ ਦੇ ਸ਼ਹਿਰ, ਜਿੱਥੇ ਕਿ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਉਹ ਫਿਊਨਰਲ ਅਟੈਂਡ ਕਰਨ ਗਏ ਸੀਗੇ। ਇਸੇ ਤਰ੍ਹਾਂ ਜਿਹੜੇ MP ਜ਼ੁਬੇਰੀ ਨੇ ਉਹ ਕਹਿੰਦੇ ਵੀ ਮੇਰੀ ਪਤਨੀ ਦੇ ਜਿਹੜੇ ਦਾਦਾ ਜੀ ਸੀਗੇ ਉਹ ਢਿੱਲੇ ਮੱਠੇ ਹੋ ਗਏ ਸੀ ਅਮਰੀਕਾ ਦੇ ਵਿੱਚ, ਡੈਲਾਵੇਅਰ ਦੇ ਵਿੱਚ, ਤਾਂ ਮੈਨੂੰ ਜਾਣਾ ਪਿਆ। ਪਰ ਇਹ ਜਿਹੜੀਆਂ ਤਰੀਕਾਂ ਸੀਗੀਆਂ ਇਹ ਕੁਝ ਨਾ ਕੁਝ ਹੌਲੀਡੇ ਸੀਜ਼ਨ ਦੇ ਲਾਗੇ ਛਾਗੇ ਸੀਗੀਆਂ। 23 ਦਸੰਬਰ ਨੂੰ ਜਾਣਾ, 31 ਦਸੰਬਰ ਨੂੰ ਮੁੜ ਕੇ ਆਉਣਾ। ਸੋ ਇਸ ਕਰਕੇ ਜਿਹੜਾ ਇਸ ਚਾਚਾ ਨੇ ਜ਼ਿਆਦਾ ਜਨਮ ਲੈ ਲਿਆ ਕਿ ਇੱਕ ਪਾਸੇ ਤਾਂ ਲੋਕਾਂ ਨੂੰ ਕ੍ਰਿਸਮਸ ਨਹੀਂ ਮਨਾਉਣ ਦਿੱਤੀ ਗਈ ਕਿ ਤੁਸੀਂ ਘਰਾਂ ਦੇ ਵਿੱਚ ਇਕੱਠੇ ਨਹੀਂ ਹੋਣਾ ਹੈਗਾ, ਬਾਹਰ ਨਹੀਂ ਨਿਕਲਣਾ, ਬਾਰਡਰ ਨਹੀਂ ਕ੍ਰੋਸ ਕਰਨਾ। ਦੂਜੇ ਪਾਸੇ ਜਿਹੜੇ ਸਿਆਸਤਦਾਨ ਨੇ ਉਹ ਇਸ ਤਰ੍ਹਾਂ ਉਲੰਘਣਾ ਕਰਦੇ ਰਹੇ ਆ, ਜਿਸ ਕਰਕੇ ਹੁਣ ਬਰੈਂਪਟਨ ਤੋਂ ਜਿਹੜੇ MP ਨੇ ਕਮਲ ਖਹਿਰਾ, ਉਹਨਾਂ ਦੇ ਕੋਲ ਅਹੁਦਾ ਸੀ, ਪਾਰਲੀਮਾਨੀ ਸਕੱਤਰ ਸੀਗੇ ਉਹ ਇੰਟਰਨੈਸ਼ਨਲ ਡਿਵੈਲਪਮੈਂਟ ਮਹਿਕਮੇ ਦੇ ਨਾਲ, ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆ। ਇਸੇ ਤਰ੍ਹਾਂ ਜਿਹੜੇ MP ਜ਼ੁਬੇਰੀ ਆ ਉਹਨਾਂ ਨੂੰ ਵੀ ਕਈ ਮਲਟੀਕਲਚਰਲ ਕਮੇਟੀਆਂ ਦੇ ਵਿੱਚ ਨਾਲ ਪਾਇਆ ਹੋਇਆ ਸੀਗਾ, ਉਹਨਾਂ ਨੇ ਵੀ ਆਪਣੇ ਅਹੁਦੇ ਨੂੰ ਅਸਤੀਫਾ ਦੇ ਦਿੱਤਾ। ਪਰ ਇਹ ਜਿਹੜੇ ਆਗੂ ਨੇ ਆਪਣੇ MP ਦੇ ਅਹੁਦੇ ਦੇ ਉੱਤੇ ਕਾਇਮ ਰਹਿਣਗੇ। ਸੋ ਮਤਲਬ ਆਪਣੇ MP ਦਾ ਜਿਹੜਾ ਆ ਉਹ ਕੰਮ ਕਰਦੇ ਰਹਿਣਗੇ, ਪਰ ਜਿਹੜੀਆਂ ਵਾਧੂ ਜ਼ਿੰਮੇਵਾਰੀਆਂ ਮਿਲੀਆਂ ਸੀਗੀਆਂ, ਮੰਤਰੀ ਦੇ ਨਾਲ ਸਕੱਤਰ ਲੱਗੇ ਹੋਏ ਸੀ, ਉਹ ਹੁਣ ਛੱਡਣੀਆਂ ਪੈਣਗੀਆਂ ਜੀ। ਸੋ ਇਸ ਦੇ ਨਾਲ ਜਿਹੜਾ ਆ ਲੋਕਾਂ ਦੇ ਵਿੱਚ ਇੱਕ ਗੱਲ ਚਰਚਾ ਚੱਲੀ ਆ ਕਿ ਜੇ ਸਰਕਾਰ ਚਾਹੁੰਦੀ ਹੈ ਕਿ ਲੋਕ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਨ, ਪਹਿਲਾਂ ਜਿਹੜੇ ਸਰਕਾਰ ਦੇ ਅੰਗ ਹੈਗੇ ਆ, ਸਰਕਾਰ ਦਾ ਹਿੱਸਾ ਹੈਗੇ ਆ, ਉਹ ਲੋਕ ਸਭ ਤੋਂ ਪਹਿਲਾਂ ਪਾਲਣਾ ਕਰਕੇ ਦਿਖਾਉਣ, ਲੋਕ ਮਗਰ ਫਿਰ ਲੱਗਣਗੇ ਜੀ। ਪੰਜਾਬ ਦੇ ਵਿੱਚ ਕਿਸਾਨ ਮੋਰਚਾ ਤੁਹਾਨੂੰ ਪਤਾ ਇੱਕ ਵੱਡਾ ਮੁੱਦਾ ਬਣਿਆ ਹੋਇਆ। ਭਾਜਪਾ ਆਗੂ ਨੇ, ਚਾਹੇ ਅਕਾਲੀ ਆਗੂ ਨੇ, ਚਾਹੇ ਕਾਂਗਰਸੀ ਨੇ, ਉਹਨਾਂ ਦਾ ਵਿਰੋਧ ਹੋ ਰਿਹਾ। ਬੀਤੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਹੋਣਾ ਦਾ ਫਤਿਹਗੜ੍ਹ ਸਾਹਿਬ ਵਿਰੋਧ ਕੀਤਾ ਗਿਆ। ਉਸ ਤੋਂ ਬਾਅਦ ਦੇ ਵਿੱਚ
ਹਰਸਿਮਰਤ ਕੌਰ ਬਾਦਲ ਹੋਣਾ ਦਾ ਮਾਨਸਾ ਦੇ ਕੁਝ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਗਿਆ। ਹਾਲਾਂਕਿ ਸੁਖਬੀਰ ਬਾਦਲ ਹੋਣ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਵੱਲੋਂ ਕੁਝ ਅਜਿਹੇ ਨੌਜਵਾਨਾਂ ਤੋਂ ਮਾਫੀਆਂ ਵੀ ਮੰਗਵਾਈਆਂ ਗਈਆਂ। ਅਕਾਲੀ ਦਲ 'ਤੇ ਇਹ ਵੀ ਦੋਸ਼ ਲੱਗੇ ਕਿ ਉਹਨਾਂ ਨੇ ਕਟਾਪਾ ਕਰਕੇ ਮਾਫੀਆਂ ਮੰਗਾਈਆਂ। ਇੱਕ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼ਾਇਦ ਜੇ ਕੋਈ ਅਕਾਲੀ ਦਲ ਦਾ ਵਿਰੋਧ ਕਰੂਗਾ ਤਾਂ ਉਸ ਦੇ ਨਾਲ ਇਹ ਸਲੂਕ ਕੀਤਾ ਜਾਊਗਾ। ਪਰ ਇਸ ਦੇ ਬਾਵਜੂਦ ਜਿਹੜਾ ਆ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਮਾਨਸਾ ਦੇ ਵਿੱਚ ਉੱਥੋਂ ਦੇ ਪਿੰਡਾਂ ਦੇ ਵਿੱਚ ਵਿਰੋਧ ਜਿਹੜਾ ਆ ਉਹ ਕੀਤਾ ਗਿਆ। ਇਸ ਦੇ ਚੱਲਦਿਆਂ ਹੀ ਕਿ ਹੁਸ਼ਿਆਰਪੁਰ ਜਿੱਥੇ ਕਿ ਭਾਜਪਾ ਦੇ ਸਾਬਕਾ ਜਿਹੜੇ ਮੰਤਰੀ ਨੇ ਤੀਕਸ਼ਣ ਸੂਦ, ਉਹਨਾਂ ਦਾ ਨਿਵਾਸ ਹੈ, ਉਹਨਾਂ ਦੀ ਕੋਠੀ ਆ, ਉੱਥੋਂ ਜਿੱਤਦੇ ਆਏ ਆ, ਕਈ ਵਾਰੀ ਸ਼ਹਿਰ 'ਚ ਬਹੁਤ ਵੱਡਾ ਆਧਾਰ ਆ ਉਹਨਾਂ ਦੀ ਕੋਠੀ ਦੇ ਅੱਗੇ ਇੱਕ ਰੋਸ ਵਜੋਂ ਜਿਹੜੀ ਆ ਗੰਦ ਦੀ ਟਰਾਲੀ ਇੱਕ ਨੌਜਵਾਨਾਂ ਵੱਲੋਂ ਲਾਹੀ ਗਈ। ਇਹ ਗੋਹੇ ਦੀ ਟਰਾਲੀ ਲਾ ਕੇ ਜਦੋਂ ਨੌਜਵਾਨ ਜਿਹੜੇ ਉੱਥੋਂ ਨਿਕਲਣ ਲੱਗੇ ਆ ਤਾਂ ਉਸੇ ਵੇਲੇ ਮੌਜੂਦ ਤੀਕਸ਼ਣ ਸੂਦ ਅਤੇ ਉਹਨਾਂ ਦੇ ਸਾਥੀਆਂ ਨੇ ਆ ਕੇ ਬਾਹਰ ਇਤਰਾਜ਼ ਜ਼ਾਹਰ ਕੀਤਾ। ਪੁਲਿਸ ਵੀ ਉਹਨਾਂ ਦੇ ਨਾਲ ਸੀ ਕਿਉਂਕਿ ਹਰ ਵੇਲੇ ਸਿਕਿਉਰਿਟੀ ਤਾਂ ਉਹਨਾਂ ਨੂੰ ਰਹਿੰਦੀ ਹੈ। ਅਤੇ ਉਸੇ ਆਪਸ ਵਿੱਚ ਤਕਰਾਰਬਾਜ਼ੀ ਵੀ ਹੋਈ। ਇੱਕ ਨੌਜਵਾਨ ਦੀ ਜਿਹੜੀ ਆ ਪੱਗ ਵੀ ਲੱਥੀ ਹੈ। ਉਸ ਤੋਂ ਬਾਅਦ ਦੇ ਵਿੱਚ ਮਾਮਲਾ ਪੁਲਿਸ ਕੋਲੇ ਗਿਆ। ਪੁਲਿਸ ਕੋਲੇ ਮਾਮਲਾ ਜਾਣ ਤੋਂ ਬਾਅਦ ਜਿਹੜੇ ਪਰਚਾ ਦਰਜ ਕੀਤਾ ਗਿਆ, ਜਿਹੜੀਆਂ ਧਾਰਾਵਾਂ ਲਾਈਆਂ ਗਈਆਂ, ਉਹ ਤੋਂ ਲੈ ਕੇ ਵੱਡਾ ਸਵਾਲ ਉੱਠਿਆ ਹੋਇਆ। ਗੋਹੇ ਦੀ ਟਰਾਲੀ ਸੱਟਣ ਦੇ ਬਦਲੇ ਉਹਨਾਂ ਨੌਜਵਾਨਾਂ ਦੇ ਉੱਤੇ 307 ਦਾ ਜਿਹੜਾ ਆ ਕਤਲ ਨਾਲ ਸੰਬੰਧਿਤ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਰੋਸ ਹੈ। ਇਹ ਹੋਇਆ ਸਾਰਾ ਕਿਉਂ? ਤੀਕਸ਼ਣ ਸੂਦ ਜਿਹੜੇ ਆ ਭਾਜਪਾ ਦੇ ਸਾਬਕਾ ਜਿਹੜੇ ਮੰਤਰੀ ਆ, ਪੰਜਾਬ 'ਚ ਸਰਕਾਰ ਵੇਲੇ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਹ ਮੰਤਰੀ ਰਹੇ ਆ। ਪਰ ਗੱਲ ਇਹ ਹੈ ਕਿ ਇਸ ਵੇਲੇ ਪੂਰਾ ਪੰਜਾਬ ਏਕਤਾ ਦੇ ਵਿੱਚ ਵੱਝ ਕੇ ਸਪੋਰਟ ਕਰ ਰਿਹਾ ਕਿਸਾਨ ਮੋਰਚੇ ਦੀ। ਉੱਥੋਂ ਭਾਜਪਾ ਵਾਲੇ ਆਗੂ ਜਿਹੜੇ ਆ ਹੱਲੇ ਵੀ ਕਹਿ ਰਹੇ ਆ ਕਿ ਜਿਹੜੇ ਕਿਸਾਨ ਆ ਇਹ ਸਹੀ ਨਹੀਂ ਹੈਗੇ, ਇਹਨਾਂ ਨੂੰ ਫਾਰਮ ਬਿੱਲਾਂ ਦੀ ਸਮਝ ਨਹੀਂ ਹੈਗੀ। ਮੋਦੀ ਸਰਕਾਰ ਨੇ, ਭਾਜਪਾ ਸਰਕਾਰ ਨੇ ਜਿਹੜੇ ਬਿੱਲ ਪਾਸ ਕੀਤੇ ਆ ਇਹ ਕਿਸਾਨਾਂ ਦੇ ਭਲੇ ਵਿੱਚ ਆ। ਇੱਥੋਂ ਤੱਕ ਗੱਲ ਸ਼ਾਇਦ ਜਾਇਜ਼ ਆ ਕਿਉਂਕਿ ਹਰੇਕ ਨੂੰ ਆਪਣਾ ਗੱਲ ਕਹਿਣ ਦਾ ਅਧਿਕਾਰ ਆ। ਪਰ ਇਸ ਤੋਂ ਵੀ ਅੱਗੇ ਜਾਂਦਿਆਂ ਤੀਕਸ਼ਣ ਸੂਦ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਲੋਕ ਦਿੱਲੀ ਬੈਠੇ ਆ ਇਹ ਤਾਂ ਪਿਕਨਿਕ ਮਨਾਉਣ ਜਾਂਦੇ ਆ। ਸੋ ਕਿਸਾਨਾਂ ਨੂੰ ਪਿਕਨਿਕ ਮਨਾਉਣ ਗਏ ਹੋਏ ਦੱਸਿਆ ਗਿਆ, ਜਿਹੜੇ ਕਿ ਇਸ ਵੇਲੇ ਠੰਡ ਦੇ ਵਿੱਚ ਠੋਠਰਕਾਰੀ ਦੇ ਵਿੱਚ ਉੱਪਰੋਂ ਮੀਂਹ ਪੈ ਰਿਹਾ, ਲੋਹੇ ਦੀਆਂ ਟਰਾਲੀਆਂ ਦੇ ਵਿੱਚ ਬੈਠੇ ਜਕੜੇ ਹੋਏ ਆ, ਸਲਾਬੀਆਂ ਰਜਾਈਆਂ ਦੇ ਵਿੱਚ। ਸੋ ਤੀਕਸ਼ਣ ਸੂਦ ਉਹਨਾਂ ਨੇ ਉਹਨਾਂ ਨੂੰ ਪਿਕਨਿਕ ਮਨਾਉਣ ਗਏ ਦੱਸਿਆ ਅਤੇ ਨਾਲੇ ਵੀ ਕਿਹਾ ਕਿ ਇਹਨਾਂ ਨੂੰ ਬਾਹਰੋਂ ਪੈਸਾ ਜਿਹੜਾ ਆ ਉਹ ਆ ਰਿਹਾ ਆ। ਸੋ ਸ਼ਾਇਦ ਪੰਜਾਬ ਦੇ ਜਿਹੜੇ ਇਸ ਮੋਰਚੇ ਦੇ ਇਤਿਹਾਸ ਵਿੱਚ ਸਭ ਤੋਂ ਭੱਦੀ ਟਿੱਪਣੀ ਇਹੀ ਹੋ ਸਕਦੀ ਆ ਕਿ ਸੰਘਰਸ਼ਸ਼ੀਲ ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਜਿਹੜੇ ਕਿ ਆਪਣੀ ਜਾਨ ਹੂਲ ਕੇ ਠੰਡ ਦੇ ਵਿੱਚ ਬੈਠੇ ਆ, ਉਹਨਾਂ ਨੂੰ ਇਹ ਜਾਣੀ ਕਿ ਤਾਨਾ ਮਾਰਨਾ, ਮਿਹਣਾ ਮਾਰਨਾ ਜਾਂ ਟਿੱਚਰ ਕਰਨੀ ਕਿ ਤੁਸੀਂ ਤਾਂ ਉੱਥੇ ਪਿਕਨਿਕ ਮਨਾਉਣ ਗਏ ਹੋਏ ਆ। ਉਸ ਦੇ ਰੋਸ ਵਜੋਂ ਇਹ ਜਿਹੜਾ ਕਾਰਵਾਈ ਆ ਗੋਹਾ ਸਿੱਟਣ ਵਾਲੀ ਉਹ ਕੀਤੀ ਗਈ ਸੀਗੀ। ਉਲਟਾ ਜਿਹੜਾ ਆ ਤੀਕਸ਼ਣ ਸੂਦ ਨੇ ਇਹ ਵੀ ਦੋਸ਼ ਲਾਏ ਕਿ ਜਿਹੜੇ ਨੌਜਵਾਨ ਗੋਹਾ ਸਿੱਟ ਕੇ ਗਏ ਆ ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਾਏ। ਜਦੋਂ ਕਿ ਉੱਥੇ ਜਿਹੜੀਆਂ ਵੀਡੀਓ ਉਸੇ ਵੇਲੇ ਵਾਇਰਲ ਹੋ ਗਈਆਂ ਸੀ, ਟਰਾਲੀ ਅਨਲੋਡ ਹੋਣ ਤੋਂ ਲੈ ਕੇ ਗ੍ਰਿਫਤਾਰੀ ਤੱਕ, ਕਿਸੇ ਨੇ ਵੀ ਕਿਸੇ ਵੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦੇ ਵਿੱਚ ਅਜਿਹੇ ਨਾਅਰੇ ਨਹੀਂ ਸੁਣੇ। ਪਰ ਮਾਮਲੇ ਨੂੰ ਹੋਰ ਭੜਕਾਊ ਬਣਾਉਣ ਦੇ ਵਾਸਤੇ ਕੋਲੋਂ ਗੱਲਾਂ ਜਿਹੜੀਆਂ ਉਹ ਜੋੜ ਦਿੱਤੀਆਂ ਗਈਆਂ, ਹੋਰ ਭੜਕਾਹਟ ਜਿਹੜੀ ਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਿਹੜੀਆਂ ਹੁਸ਼ਿਆਰਪੁਰ ਦੀਆਂ ਪੰਜਾਬ ਪ੍ਰਸਤ ਜਥੇਬੰਦੀਆਂ ਆ, ਇਲਾਕੇ ਦੀਆਂ ਜਥੇਬੰਦੀਆਂ ਆ, ਉਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ 'ਤੇ ਦਰਜ ਜਿਹੜੇ ਪਰਚੇ ਉਹ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ SSP ਦਫ਼ਤਰ ਜਿਹੜਾ ਆ ਉੱਥੇ ਵੀ ਵੱਡੀ ਗਿਣਤੀ ਵਿੱਚ ਲੋਕ ਇਕੱਤਰ ਹੋ ਕੇ ਪਹੁੰਚੇ ਆ ਅਤੇ ਨਾਲ ਦੀ ਨਾਲ ਜਿਹੜਾ ਆ DC ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ। ਅਤੇ ਇਹ ਪਰਚੇ ਜਿਹੜੇ ਨਜਾਇਜ਼ ਕੀਤੇ ਗਏ ਆ ਕਿ ਸਿਰਫ ਇੱਕ ਗੰਦ ਦੀ ਟਰਾਲੀ ਸਿੱਟਣ ਬਦਲੇ ਕਤਲ ਦਾ ਮੁਕੱਦਮਾ ਦਰਜ ਕਰ ਲੈਣਾ, ਇਸ ਨੂੰ ਲੋਕ ਨਜਾਇਜ਼ ਕਹਿ ਰਹੇ ਆ ਅਤੇ ਇਸ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਕਿ ਇਹਨੂੰ ਫੌਰੀ ਤੌਰ ਦੇ ਉੱਤੇ ਰੱਦ ਕੀਤਾ ਜਾਵੇ। ਕਿਸਾਨ ਸੰਘਰਸ਼ ਦਿੱਲੀ ਵਿੱਚ ਚੱਲ ਰਿਹਾ ਆ। ਬਹੁਤ ਨਜ਼ਰਾਂ ਆਪਣੀਆਂ ਉੱਥੇ ਲੱਗੀਆਂ ਹੋਈਆਂ ਆ। ਇੱਕ ਮੀਟਿੰਗ ਜਿਹੜੀ ਹੋਣੀ ਸੀਗੀ 4 ਜਨਵਰੀ ਨੂੰ, ਉਹਦੇ ਵਿੱਚ ਸਾਰਿਆਂ ਨੂੰ ਬਹੁਤ ਆਸ ਸੀਗੀ ਕਿ ਜਿੱਦਾਂ 28 ਜਿਹੜੀ ਦਸੰਬਰ ਵਾਲੀ ਮੀਟਿੰਗ ਸੀਗੀ ਉਸ ਤੋਂ ਬਾਅਦ ਦੇ ਵਿੱਚ ਕਿਸਾਨ ਆਗੂਆਂ ਨੇ ਆ ਕੇ ਬਾਹਰ ਬਹੁਤ ਉਤਸ਼ਾਹ ਦਿਖਾਇਆ ਸੀਗਾ। ਉਹਨੂੰ ਲੱਗਾ ਸੀਗਾ ਕਿ ਸਰਕਾਰ ਦਾ ਰਵੱਈਆ ਜਿਹੜਾ ਕੁਝ ਬਦਲਿਆ ਪ੍ਰਤੀਤ ਹੋ ਰਿਹਾ ਆ। ਸਰਕਾਰ ਜਿਹੜੀ ਆ ਉਹ ਗੱਲ ਕਰ ਰਹੀ ਆ ਕਿ 2 ਕਾਨੂੰਨ ਜਿਹੜੇ ਆ ਪਰਾਲੀ ਵਾਲਾ ਅਤੇ ਬਿਜਲੀ ਵਾਲਾ ਉਹ ਅਸੀਂ ਵਿਚਾਰ ਲਏ ਆ, ਉਹਨਾਂ ਦੇ ਤਾਂ ਤੁਹਾਡੀ ਗੱਲ ਮੰਨ ਲਈ ਜਾਊਗੀ। ਪਰ ਹਾਲਾਂਕਿ ਬਾਅਦ ਦੇ ਵਿੱਚ ਇਸ ਮੀਟਿੰਗ ਜਿਹੜੀ 4 ਜਨਵਰੀ ਵਾਲੀ ਹੋਈ ਆ ਉਦੋਂ ਤੱਕ ਵੀ ਲਿਖਤੀ ਰੂਪ ਦੇ ਵਿੱਚ ਉਹਨਾਂ ਸੰਬੰਧੀ ਕੁਛ ਨਹੀਂ ਕੀਤਾ ਗਿਆ। ਪਰ ਇਹ ਉਤਸ਼ਾਹ ਉਦੋਂ ਬਿਲਕੁਲ ਮੱਠਾ ਪੈ ਗਿਆ ਜਦੋਂ ਜਿਹੜੀ 4 ਜਨਵਰੀ ਵਾਲੀ ਮੀਟਿੰਗ ਆ ਉਹਦੇ ਵਿੱਚ ਸਰਕਾਰ ਨੇ ਫਿਰ ਜਾ ਕੇ ਉਹੀ ਗੱਲ ਰਿੜਕਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਦੱਸੋ ਕਿਹੜੀਆਂ ਸੋਧਾਂ ਕਰਵਾਉਣੀਆਂ ਚਾਹੁੰਦੇ ਆ। ਕਿਸਾਨ ਆਗੂ ਜਿਹੜੇ ਆ ਵਾਰ-ਵਾਰ ਇਹ ਗੱਲ ਕਹਿ ਰਹੇ ਸੀਗੇ ਕਿ ਅਸੀਂ ਇੱਥੇ ਸੋਧਾਂ ਕਰਵਾਉਣ ਨਹੀਂ ਆਏ, ਅਸੀਂ ਬਿੱਲ ਰੱਦ ਕਰਾਉਣ ਆਏ ਆ ਅਤੇ ਬਿੱਲ ਰੱਦ ਕਰਾਉਣਾ ਹੀ ਸਾਡੀ ਪਹਿਲੀ ਅਤੇ ਆਖਰੀ ਮੰਗ ਆ। 1 ਘੰਟਾ ਮੀਟਿੰਗ ਚੱਲਣ ਤੋਂ ਬਾਅਦ ਡੈੱਡਲੌਕ ਹੋ ਗਿਆ, ਗੱਲ ਕਿਸੇ ਪਾਸੇ ਸਿਰੇ ਨਾਲ ਲੱਗੀ ਤਾਂ ਬ੍ਰੇਕ ਲੈ ਲੇਗੀ ਅਤੇ ਕਾਫੀ ਲੰਮਾ ਸਮਾਂ ਦੀ ਬ੍ਰੇਕ ਤੋਂ ਬਾਅਦ ਜਦੋਂ ਦੁਬਾਰਾ ਇਕੱਠੇ ਹੋਏ ਤਾਂ ਦੋਵੇਂ ਧਿਰਾਂ ਫਿਰ ਆਪੋ ਆਪਣੀ ਗੱਲ ਦੇ ਉੱਤੇ ਅੜੀਆਂ ਰਹੀਆਂ
ਤੇ ਮੀਟਿੰਗ ਜਿਹੜੀ ਆ ਬੇਸਿੱਟਾ ਰਹੀ, ਕਿਸੇ ਪਾਸੇ ਨਾ ਲੱਗੀ ਤੇ ਇੱਕ ਵਾਰੀ ਫਿਰ ਸਰਕਾਰ ਦੀ ਜਿਹੜੀ ਦੇ ਕਾਰਨ ਕਿਸਾਨਾਂ ਨੂੰ ਨਿਰਾਸ਼ ਹੋ ਕੇ ਜਿਹੜਾ ਮੀਟਿੰਗ ਦੇ ਵਿੱਚੋਂ ਮੁੜਨਾ ਪਿਆ। ਹੁਣ ਸਰਕਾਰੀ ਧਿਰ ਕਹਿ ਰਹੀ ਹੈ ਕਿ ਅਗਲੀ ਮੀਟਿੰਗ ਜਿਹੜੀ 8 ਜਨਵਰੀ ਨੂੰ ਆ। ਕਿਸਾਨ ਆਗੂਆਂ ਨੇ ਹਲੇ ਸਲਾਹ ਕਰਕੇ ਫੈਸਲਾ ਕਰਨਾ ਕਿ ਉਹਨਾਂ ਨੇ 8 ਵਾਲੀ ਮੀਟਿੰਗ ਦੇ ਵਿੱਚ ਜਾਣਾ ਜਾਂ ਨਹੀਂ। 7ਵੇਂ ਗੇੜ ਦੀ ਇਹ ਮੀਟਿੰਗ ਸੀਗੀ। ਜਿਸ ਵੀ ਮੀਟਿੰਗ ਵਿੱਚ ਕਿਸਾਨ ਜਾਂਦੇ ਆ ਉਦੋਂ ਹੀ ਜਾ ਕੇ ਗੱਲ ਜਿਹੜੀ ਆ ਉੱਥੇ ਹੀ ਖੜੀ ਆ, ਹਲੇ ਜਿੱਥੇ ਪਹਿਲੀ ਮੀਟਿੰਗ 'ਚ ਖੜੀ ਸੀ ਕਿ ਸਰਕਾਰ ਕਹਿ ਰਹੀ ਹੈ ਕਿ ਸੌਦਾ ਕਿਹੜੀਆਂ ਕਰਾਉਣੀਆਂ ਤੇ ਕਿਸਾਨ ਕਹਿ ਰਿਹਾ ਕਿ ਅਸੀਂ ਬਿੱਲ ਜਿਹੜੇ ਆ ਰੱਦ ਕਰਾਉਣੇ ਆ, ਹੋਰ ਸਾਨੂੰ ਮਨਜ਼ੂਰ ਕੋਈ ਨਹੀਂ। ਸੋ ਇਸ ਗੱਲ ਦੇ ਉੱਤੇ ਜਿਹੜੀ ਆ ਉਹ ਗੱਲ ਅੜੀ ਹੋਈ ਆ ਤੇ ਕਿਸਾਨ ਆਗੂਆਂ ਨੇ ਇਸ ਮੀਟਿੰਗ ਤੋਂ ਬਾਅਦ ਜਿਹੜਾ ਬਕਾਇਦਾ ਬਿਆਨ ਜਾਰੀ ਕੀਤਾ। ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਜਿਹੜਾ ਸਪੈਸ਼ਲੀ ਤੌਰ ਦੇ ਉੱਤੇ ਕਹੀ ਇਹ ਗੱਲ ਕਿ ਜਿਹੜੀ ਸਰਕਾਰ ਆ ਉਹ ਕਾਰਪੋਰੇਸ਼ਨਾਂ ਦੇ ਨਾਲ ਆਪਣੀ ਆੜੀ ਪਗਾ ਰਹੀ ਆ, ਉਹਨਾਂ ਦੇ ਨਾਲ ਆਪਣਾ ਜਰਾਨਾ ਪਗਾ ਰਹੀ ਆ। ਕਿਸਾਨਾਂ ਦੀ ਜਿਹੜੀ ਆ ਗੱਲ ਬਿਲਕੁਲ ਵੀ ਸੁਣੀ ਨਹੀਂ ਜਾ ਰਹੀ। ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੇ ਸਰਕਾਰੀ ਧਿਰ ਦੇ ਬੰਦੇ ਆ, ਮੰਤਰੀ ਨੇ ਜਿਹੜੇ ਗੱਲਬਾਤ ਕਰਨ ਆਉਂਦੇ ਆ, ਜਿਨ੍ਹਾਂ ਦੇ ਵਿੱਚ ਨਰਿੰਦਰ ਸਿੰਘ ਤੋਮਰ ਨੇ, ਪਿਊਸ਼ ਗੋਇਲ ਨੇ, ਸੋਮ ਪ੍ਰਕਾਸ਼ ਹੋਣੀ ਆ, ਇਹ ਜਿਹੜੀ ਗੱਲ ਕਰਨ ਦਾ ਇਹਨਾਂ ਦਾ ਰਵੱਈਆ ਹੈਗਾ ਉਹ ਹੱਲ ਵਾਲਾ ਨਹੀਂ ਹੈਗਾ। ਇਹ ਸਾਨੂੰ ਹੰਭਾਉਣ ਦੀ, ਤਕਾਉਣ ਦੀ ਰਾਜਨੀਤੀ ਦੇ ਉੱਤੇ ਚੱਲ ਰਹੇ ਆ। ਇਹਨਾਂ ਦੀ ਕੋਸ਼ਿਸ਼ ਆ ਕਿ ਕਿਸੇ ਤਰ੍ਹਾਂ ਮੋਰਚੇ ਦੇ ਵਿੱਚ ਸ਼ਾਮਲ ਲੋਕ ਜਿਹੜੇ ਆ ਹੰਭ ਕੇ ਥੱਕ ਕੇ ਪੰਜਾਬ, ਹਰਿਆਣੇ ਜਾਂ ਹੋਰ ਸਟੇਟਾਂ ਦੇ ਵਿੱਚ ਵਾਪਸ ਮੁੜ ਜਾਣ। ਸਾਨੂੰ ਕੋਈ ਇਹਨਾਂ ਦੀ ਮੰਗ ਮੰਗਣੀ ਨਾ ਪਵੇ। ਇਹ ਪਾਰਟੀਆਂ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਆ, ਇਹ ਲੋਕ ਆਪਸ ਵਿੱਚ ਪਾਟ ਜਾਣ। ਸਾਨੂੰ ਕੋਈ ਇਹਨਾਂ ਦੀ ਕਮਜ਼ੋਰੀ ਲੱਭ ਪਵੇ ਜਿਸ ਨੂੰ ਵਰਤ ਕੇ ਅਸੀਂ ਇਹਨਾਂ ਦੇ ਉੱਤੇ ਹਾਵੀ ਹੋ ਜਾਈਏ ਤੇ ਜਿਹੜੀ ਇਹ ਖੇਤੀ ਬਿੱਲ ਆ ਹੂ ਬਹੂ ਜਿਹੜੇ ਆ ਉਹ ਲਾਗੂ ਕਰ ਦਿੱਤੇ ਜਾਣ। ਪਰ ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਸਰਕਾਰ ਦੀ ਇਹ ਨੀਤੀ ਆ ਪਰ ਅਸੀਂ ਇਸ ਨੂੰ ਸਫਲ ਨਹੀਂ ਹੋਣ ਦੇਵਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਇਕਜੁੱਟ ਹੈਗੇ ਆ, ਅਸੀਂ ਇੱਕ ਮੱਤ ਹੈਗੇ ਆ, ਪੂਰੇ ਲੋਕ ਜਿਹੜੇ ਦੇਸ਼ ਵਿਦੇਸ਼ ਦੇ ਉਹ ਸਾਡੇ ਨਾਲ ਹੈਗੇ ਆ ਤੇ ਅਸੀਂ ਐਂਡ ਤੱਕ ਜਿਹੜੀ ਲੜਾਈ ਲੜਾਂਗੇ ਤੇ ਪੰਜਾਬ ਨੂੰ ਉਦੋਂ ਹੀ ਮੁੜਾਂਗੇ ਜਦੋਂ ਖੇਤੀ ਬਿੱਲ ਜਿਹੜੇ ਆ ਉਹ ਰੱਦ ਹੋ ਜਾਣਗੇ। ਤੇ ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿਸਾਨ ਮੋਰਚੇ ਦੇ ਵਿੱਚ ਹੋ ਰਹੀਆਂ ਮੌਤਾਂ ਦੀ। ਕਿਸਾਨ ਮੋਰਚੇ ਦੇ ਵਿੱਚ ਲਗਾਤਾਰ ਜਿਹੜੀ ਆ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਆ। ਚਾਹੇ ਉਹ ਠੰਡ ਕਾਰਨ ਹੋ ਰਹੀਆਂ ਮੌਤਾਂ ਆ, ਦਿਲ ਦੇ ਦੌਰੇ ਪੈ ਰਹੇ ਆ, ਕੁਝ ਖੁਦਕੁਸ਼ੀਆਂ ਵੀ ਹੋਈਆਂ ਆ। ਇਸ ਦੇ ਨਾਲ ਹੀ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਜਾਂਦੇ ਲੋਕ ਜਿਹੜੇ ਆ ਉਹ ਵੀ ਹਾਦਸਿਆਂ ਦਾ ਸ਼ਿਕਾਰ ਹੋਏ ਆ। ਇਹਨਾਂ ਮੌਤਾਂ ਦੇ ਕਾਰਨ ਜਿਹੜੇ ਆ ਉਹ ਲੋਕ ਜਿਹੜੇ ਆ ਬਹੁਤ ਨਿਰਾਸ਼ਾ ਵਿੱਚ ਆ, ਰੋ ਰਹੇ ਆ ਇਸ ਗੱਲ ਨੂੰ ਲੈ ਕੇ ਕਿ ਹੋਰ ਕਿੰਨੀਆਂ ਮੌਤਾਂ ਜਿਹੜੀਆਂ ਹੋਣਗੀਆਂ ਕਿ ਮੋਦੀ ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਸਰ ਕੇ। ਬੇਸ਼ੱਕ ਜਿਹੜਾ ਵੀਕਐਂਡ ਦੇ ਉੱਤੇ ਅੰਕੜਾ ਦਿੱਤਾ ਗਿਆ ਸੀਗਾ ਉਹ ਇਹ ਕਿਹਾ ਗਿਆ ਸੀਗਾ ਕਿ 50 ਤੋਂ ਉੱਪਰ ਮੌਤਾਂ ਹੋ ਚੁੱਕੀਆਂ, ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੁੱਲ ਮਿਲਾ ਕੇ ਦੇਖੀਏ ਤਾਂ ਗਿਣਤੀ 70 ਦੇ ਕਰੀਬ ਹੈਗੀ ਆ। ਸੋ ਇੱਕ ਪਾਸੇ ਜਿੱਥੇ ਹੁਣ ਕਿਸਾਨ ਆਗੂਆਂ ਦੇ ਉੱਤੇ ਪ੍ਰੈਸ਼ਰ ਇਹ ਹੈ ਕਿ ਤੁਸੀਂ ਕੋਈ ਨਾ ਕੋਈ ਠੋਸ ਗੱਲ ਕਰੋ, ਕੋਈ ਪ੍ਰੋਗਰਾਮ ਦਿਓ, ਤੇ ਉੱਥੇ ਇੱਕ ਇਹ ਗੱਲ ਵੀ ਉਭਾਰਨੀ ਬੜੀ ਜ਼ਰੂਰੀ ਬਣ ਜਾਂਦੀ ਹੈ ਕਿ ਇਹ ਚਾਹੇ 50 ਜਾਂ 70 ਮੌਤਾਂ ਆ, ਇਹ ਮੌਤਾਂ ਦੀ ਗਿਣਤੀ, ਇਹਦਾ ਵੇਰਵਾ ਅੰਤਰਰਾਸ਼ਟਰੀ ਮੀਡੀਆ ਤੱਕ ਪਹੁੰਚਣਾ ਬੜਾ ਜ਼ਰੂਰੀ ਆ। ਦੁਨੀਆ ਨੂੰ ਪਤਾ ਹੋਣਾ ਚਾਹੀਦਾ, ਦੁਨੀਆ ਦੀਆਂ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਮੋਦੀ ਦੀ ਜ਼ਿੱਦ ਦੇ ਕਾਰਨ ਇੰਨੀਆਂ ਮੌਤਾਂ ਜਿਹੜੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਆ ਤੇ ਹਰ ਰੋਜ਼ 2 ਜਾਂ 3 ਮੌਤਾਂ ਹੋਰ ਹੋਣ ਦੇ ਨਾਲ ਗਿਣਤੀ ਜਿਹੜੀ ਆ ਹਰ ਰੋਜ਼ ਵੱਧ ਰਹੀ ਆ। ਸੋ ਇਸ ਦੇ ਵਾਸਤੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਕਿਸਾਨ ਆਗੂਆਂ ਨੂੰ ਚਾਹੀਦਾ ਕਿ ਇੱਕ ਵੱਡੀ ਪ੍ਰੈਸ ਕਾਨਫਰੰਸ ਕਰਨ ਜਿਹਦੇ ਵਿੱਚ ਭਾਰਤ ਦਾ ਸਾਰਾ ਨੈਸ਼ਨਲ ਮੀਡੀਆ ਅਤੇ ਦਿੱਲੀ ਬੈਠੇ ਇੰਟਰਨੈਸ਼ਨਲ ਮੀਡੀਆ ਦੇ ਪੱਤਰਕਾਰ ਜਿਹੜੇ ਆ ਉਹ ਬੁਲਾਏ ਜਾਣ ਤਾਂ ਕਿ ਇਹ ਗੱਲ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਹੋ ਸਕੇ। ਉਹਨਾਂ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੀਆਂ ਤਸਵੀਰਾਂ ਵੱਡੇ ਵੱਡੇ ਬੈਨਰ ਬਣਾ ਕੇ ਜਿਹੜਾ ਆ ਉਹ ਧਿਆਨ ਖਿੱਚਿਆ ਜਾਵੇ, ਕਿਉਂਕਿ ਇਹ ਇੱਕ ਵੱਡੀ ਗੱਲ ਆ। ਇਹ ਇੰਨੀਆਂ ਮੌਤਾਂ ਹੋ ਜਾਣੀਆਂ ਕੋਈ ਛੋਟੀ ਗੱਲ ਨਹੀਂ ਹੈਗੀ। ਇਸ ਨੂੰ ਲੈ ਕੇ ਅੰਤਰਰਾਸ਼ਟਰੀ ਮੀਡੀਆ ਤੱਕ, ਅੰਤਰਰਾਸ਼ਟਰੀ ਸਰਕਾਰਾਂ ਤੱਕ ਪੈਰਵਾਈ ਹੋਣੀ ਜ਼ਰੂਰੀ ਹੈ ਕਿ ਜਿੱਦਣ ਅਸੀਂ ਬਾਹਰ ਮੁਜ਼ਾਹਰੇ ਕਰਨ ਲੱਗੇ ਸੀਗੇ ਉਸ ਦਿਨ ਸਾਰਾ ਕੁਛ ਜਿਹੜਾ ਆ ਸਹੀ ਸੀਗਾ, ਮੌਤ ਕੋਈ ਨਹੀਂ ਸੀ ਹੋਈ। ਇੰਨਿਆਂ ਦਿਨਾਂ ਦੇ ਵਿੱਚ ਇੰਨੀਆਂ ਮੌਤਾਂ ਹੋ ਚੁੱਕੀਆਂ ਆ। ਭਾਰਤ ਸਰਕਾਰ ਹੱਲੇ ਵੀ ਬਜ਼ਿੱਦ ਆ, ਇਸ ਕਰਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਦੇ ਉੱਤੇ ਦਬਾਅ ਬਣਨਾ ਚਾਹੀਦਾ ਤਾਂ ਕਿ ਉਹ ਜਿਹੜੀ ਜ਼ਿੱਦ ਕਰੀ ਬੈਠੇ ਆ ਫੈਸਲਿਆਂ ਦੇ ਉੱਤੇ ਉਹ ਵਾਪਸ ਲੈਣ, ਜਿਹੜੇ ਬਿੱਲ ਹੈਗੇ ਆ ਉਹ ਰੱਦ ਕੀਤੇ ਜਾਣ। ਟਰਾਲੀਆਂ ਦਾ ਠੰਡਾ ਲੋਹਾ, ਉੱਤੋਂ ਵਿੱਚ ਮੀਂਹ ਦੇ ਕਾਰਨ ਵੜ ਰਿਹਾ ਪਾਣੀ, ਚੋ ਰਹੀਆਂ ਸ਼ੈੱਡ, ਟੈਂਟ, ਹਾਲਾਤ ਜਿਹੜੇ ਉੱਥੇ ਬਹੁਤ ਹੀ ਵਧੀਆ ਨਹੀਂ ਹੈਗੇ, ਬਹੁਤ ਨਾ ਖੁਸ਼ਗਵਾਰ ਆ। ਆਪਾਂ ਉੱਥੋਂ ਹੀ ਆਏ ਹਾਂ, ਸਾਰਿਆਂ ਨੂੰ ਪਤਾ ਕਿ ਸਲਾਬੀਆਂ ਰਜਾਈਆਂ ਦੇ ਵਿੱਚ, ਸਲਾਬੀਆਂ ਕੰਬਲਾਂ ਦੇ ਵਿੱਚ ਕਿਵੇਂ ਠੰਡ ਲੱਗਦੀ ਹੁੰਦੀ ਆ ਜਦੋਂ ਸਿਆਲ ਨੂੰ ਮੀਂਹ ਪੈਂਦਾ। ਤੇ ਫਿਰ ਵੀ ਉੱਥੇ ਲੋਕ ਜਿਹੜੇ ਆ ਉਹ ਗੱਜ ਕੇ ਚੜ੍ਹਦੀ ਕਲਾ ਦੇ ਵਿੱਚ ਡਟੇ ਹੋਏ ਆ। ਜਦੋਂ ਕਿਸਾਨ ਮੋਰਚੇ ਦੀ ਸਟੇਜ ਦੇ ਅੱਗੇ ਮੀਂਹ ਪੈ ਰਿਹਾ ਸੀ ਤਾਂ ਲੋਕ ਜਿਹੜੇ ਆ ਉਹ ਇੱਧਰ ਉੱਧਰ ਹੋ ਗਏ। ਤਾਂ ਫਿਰ ਉਸ ਵੇਲੇ ਮਾਈ ਭਾਗੋ ਦੀਆਂ ਵਾਰਸ 2 ਬੀਬੀਆਂ ਜਿਹੜੀਆਂ ਮੈਦਾਨ ਵਿੱਚ ਆਈਆਂ, ਉਹਨਾਂ ਨੇ ਆ ਕੇ ਲਲਕਾਰਾ ਮਾਰਿਆ ਕਿ ਅਸੀਂ ਇੱਥੇ ਮਰਨ ਮਰਾਉਣ ਦੇ ਵਾਸਤੇ ਇੱਥੇ ਆ ਕੇ ਬੈਠੇ ਹਾਂ ਤੇ ਅਸੀਂ ਮੀਂਹ ਤੋਂ ਡਰਦੇ ਜਿਹੜੇ ਆ ਪਰੇ ਹੋ ਕੇ ਖੜ੍ਹ ਜਾਈਏ। ਸੋ ਉਹਨਾਂ ਨੇ ਐਸਾ ਲਲਕਾਰਾ ਮਾਰਿਆ ਕਿ ਸਟੇਜ ਦੇ ਮੂਹਰੇ ਇੱਕ ਵਾਰੀ ਫਿਰ ਉੱਡਾ ਵੱਡਾ ਜਿਹੜਾ ਇਕੱਠ ਹੋਣ ਲੱਗ ਪਿਆ। ਆਓ ਤੁਹਾਨੂੰ ਉਸ ਮੌਕੇ ਦੀ ਇੱਕ ਝਲਕ ਵੀਡੀਓ ਦੇ ਰੂਪ ਦੇ ਵਿੱਚ ਦਿਖਾਉਂਦੇ ਹਾਂ।
ਤੁਸੀਂ ਦੇਖਿਆ ਕਿ ਕਿਵੇਂ ਇਹਨਾਂ ਜੁਝਾਰੂ ਬੀਬੀਆਂ ਨੇ ਇੱਕ ਵਾਰ ਫਿਰ ਮੋਰਚਾ ਜਿਹੜਾ ਉਹ ਇਕੱਠਾ ਕਰ ਦਿੱਤਾ। ਸੋ ਇਹੋ ਜਿਹੀਆਂ ਝਾਕੀਆਂ ਉੱਥੇ ਰੋਜ਼ ਦੇਖਣ ਨੂੰ ਮਿਲਦੀਆਂ। ਤੇ ਬਾਕੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਗਿਲਾ ਹੈ ਕਿ ਕਿਸਾਨ ਆਗੂ ਜਿਹੜੇ ਆ ਉਹ ਕੋਈ ਵਧੀਆ ਪ੍ਰੋਗਰਾਮ ਨਹੀਂ ਦੇ ਰਹੇ, ਠੋਸ ਪ੍ਰੋਗਰਾਮ ਨਹੀਂ ਦੇ ਰਹੇ। ਨਿਰਾਸ਼ਾ ਲੋਕਾਂ ਦੇ ਵਿੱਚ ਭਰੀ ਜਾ ਰਹੀ ਹੈ। ਜਿਵੇਂ ਕਿ ਪਹਿਲਾਂ ਟਰੈਕਟਰ ਮਾਰਚ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ, 4 ਜਨਵਰੀ ਦੀ ਮੀਟਿੰਗ ਤੋਂ ਉਤਸ਼ਾਹਿਤ ਹੋ ਕੇ ਉਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ। ਤੇ ਅੱਜ 4 ਜਨਵਰੀ ਦੀ ਮੀਟਿੰਗ ਵਿੱਚ ਜੋ ਹੋਇਆ ਉਹ ਆਪਾਂ ਸਾਰਿਆਂ ਨੇ ਦੇਖ ਸੁਣ ਲਿਆ। ਸੋ ਇਸ ਕਰਕੇ ਜੇ ਕਿਤੇ ਉਹ ਟਰੈਕਟਰ ਮਾਰਚ 4 ਜਨਵਰੀ ਦੀ ਮੀਟਿੰਗ ਤੋਂ ਪਹਿਲਾਂ ਕੱਢਿਆ ਹੁੰਦਾ ਤਾਂ ਸ਼ਾਇਦ ਅੱਜ ਸਰਕਾਰ ਦਾ ਰਵੱਈਆ ਕੁਝ ਹੋਰ ਹੁੰਦਾ। ਹੁਣ ਉਹ ਜਿਹੜਾ ਟਰੈਕਟਰ ਮਾਰਚ ਆ ਜਾ ਕੇ 26 ਜਨਵਰੀ ਤੱਕ ਪਾਇਆ ਹੋਇਆ, ਉਸ ਤੋਂ ਪਹਿਲਾਂ 22 ਦਿਨ ਵਿੱਚ ਵਿਚਾਲੇ ਆ। ਕੀ ਕਰਨਾ ਆ ਸਰਕਾਰ ਦੇ ਉੱਤੇ, ਕਿਸ ਤਰ੍ਹਾਂ ਆਪਾਂ ਪ੍ਰੈਸ਼ਰ ਪਾ ਸਕਦੇ ਹਾਂ, ਇਸ ਦੇ ਵਾਸਤੇ ਹੱਲੇ ਕੋਈ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਕਿਸਾਨ ਆਗੂਆਂ ਵੱਲੋਂ ਨਹੀਂ ਦਿੱਤਾ ਗਿਆ। ਲੋਕਾਂ ਦੀ ਮੰਗ ਆ ਕਿ ਇਹ ਪ੍ਰੋਗਰਾਮ ਜਿਹੜਾ ਆ ਜ਼ਰੂਰ ਦੇਣਾ ਚਾਹੀਦਾ, ਤਾਂ ਕਿ ਇੱਕ ਪ੍ਰੋਗਰਾਮ ਹੀ ਆ, ਇੱਕ ਸਖਤੀ ਹੀ ਆ, ਤਾਂ ਹੀ ਜਿਹੜੀ ਸਰਕਾਰ ਦੇ ਕੰਨਾਂ ਤੱਕ ਜੂੰ ਸਰਕਣੀ ਆ, ਉਹਨਾਂ ਤੱਕ ਸੇਕ ਪਹੁੰਚਣਾ, ਤਾਂ ਹੀ ਉਹ ਤੁਹਾਡੀ ਗੱਲ ਮੰਨਣਗੇ। ਵਰਨਾ ਹਜ਼ਾਰਾਂ ਲੱਖਾਂ ਲੋਕ ਵੈਸੇ ਵੀ ਦਿੱਲੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ, ਉੱਥੇ ਬੈਠੇ ਰਹਿੰਦੇ ਆ, ਉਹ ਤੁਹਾਡੀ ਜਿਹੜੀ ਆ ਇਸ ਕਾਰਵਾਈ ਦਾ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਬਹੁਤਾ ਅਸਰ ਨਹੀਂ ਹੈਗਾ। ਤੇ ਇਸ ਦੇ ਨਾਲ ਹੀ ਤੁਹਾਨੂੰ ਲੈ ਚੱਲਦੇ ਹਾਂ ਇੱਕ ਦੀਪ ਸਿੱਧੂ ਦੀ ਗੱਲ ਵੱਲ। ਦੀਪ ਸਿੱਧੂ ਪਹਿਲੇ ਦਿਨ ਤੋਂ ਮੋਰਚੇ ਦੇ ਨਾਲ ਜੁੜੇ ਹੋਏ ਆ, ਬਲਕਿ ਮੋਰਚੇ ਤੋਂ ਪਹਿਲਾਂ ਵੀ ਉਹ ਸ਼ੰਭੂ ਮੋਰਚੇ ਦੇ ਉੱਤੇ ਇੱਕ ਅੱਡ ਕਹਿ ਲਓ ਪ੍ਰੋਗਰਾਮ ਦੇ ਰਹੇ ਸੀਗੇ। ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਜਿਹੜੀ ਆ ਦਾਲ ਨਹੀਂ ਗਲ ਰਹੀ। ਜਿਹੜਾ ਆ ਉਹਨਾਂ ਨੂੰ ਸਟੇਜ ਤੋਂ ਬੋਲਣ ਤੋਂ ਹੀ ਨਹੀਂ ਰੋਕਿਆ ਗਿਆ, ਬਲਕਿ ਇਹ ਵੀ ਕਿਹਾ ਗਿਆ ਕਿ ਤੁਸੀਂ ਸਟੇਜ ਦੇ ਲਾਗੇ ਜਾਗੇ ਵੀ ਫਟਕ ਨਹੀਂ ਸਕਦੇ। ਤੇ ਉਸ ਤੋਂ ਬਾਅਦ ਦੇ ਵਿੱਚ ਬਕਾਇਦਾ ਉਹ ਪਰੇ ਹੋ ਕੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਗੱਲਬਾਤ ਕਰਦੇ ਰਹਿੰਦੇ ਆ। ਪਰ ਉਹਨਾਂ ਨੇ ਅੱਜ ਇੱਕ ਬੇਨਤੀ ਕੀਤੀ ਆ ਕਿਸਾਨ ਆਗੂਆਂ ਨੂੰ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਨੂੰ ਸਟੇਜ 'ਤੇ ਬੋਲਣ ਲਈ ਸਮਾਂ ਦਿੱਤਾ ਜਾਵੇ, ਮੈਨੂੰ ਸਟੇਜ ਦੇ ਲਾਗੇ ਬਿਠਾਇਆ ਜਾਵੇ, ਜਾਂ ਮੈਨੂੰ ਮੀਟਿੰਗਾਂ ਦੇ ਵਿੱਚ ਸਰਕਾਰ ਦੇ ਨਾਲ ਲਿਜਾਇਆ ਜਾਵੇ। ਪਰ ਉਹਨੇ ਇੱਕ ਅਪੀਲ ਕੀਤੀ ਹੈ ਕਿ ਮੈਨੂੰ ਨਾਲ ਰੱਖਿਆ ਜਾਵੇ। ਘੱਟੋ ਘੱਟ ਕਿਸਾਨ ਆਗੂ ਜਦੋਂ ਮੀਟਿੰਗ ਕਰਦੇ ਆ ਉਹਦੇ ਵਿੱਚ ਸਲਾਹ ਲੈਣ ਦੇ ਵਾਸਤੇ ਜ਼ਰੂਰ ਸਾਡੀ ਵੀ ਸੁਣੀ ਜਾਵੇ, ਕਿਉਂਕਿ ਮੋਰਚਾ ਸਾਂਝਾ ਆ, ਸਾਰਿਆਂ ਜਥੇਬੰਦੀਆਂ ਦਾ, ਸਾਰਿਆਂ ਵਰਗਾਂ ਦਾ ਸਾਂਝਾ ਆ। ਸੋ ਉਹਨਾਂ ਨੂੰ ਵੀ ਵਿੱਚ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਹੋ ਸਕਦਾ ਉਹਨਾਂ ਦੇ ਕੋਲ ਕੁਝ ਸੁਝਾਅ ਹੋਣ ਜਿਹੜੇ ਕੁਝ ਮੋਰਚੇ ਦਾ ਸਵਾਰ ਸਕਣ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸਾਨ ਆਗੂਆਂ ਦੇ ਬਾਰੇ ਕੁਝ ਮਾੜਾ ਨਹੀਂ ਕਿਹਾ, ਪਰ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਕਿਸਾਨ ਆਗੂਆਂ ਦੇ ਬਾਰੇ ਮੈਂ ਕੁਝ ਗਲਤ ਕਿਹਾ ਤਾਂ ਇਸ ਦੀ ਉਹ ਮਾਫੀ ਮੰਗਦੇ ਆ। ਦੀਪ ਸਿੱਧੂ ਨੇ ਅੱਜ ਕੀ ਗੱਲ ਕੀਤੀ ਆ, ਆਓ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ। ਹੁਣ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ, ਜੋ ਅੱਜ ਵੀ ਸਰਕਾਰ ਨਾਲ ਮੀਟਿੰਗ ਹੋਈ, ਜਿਹੜਾ ਇੱਕ ਡੈਡਲੌਕ ਜਾਂ ਇਹ ਪੜਾਅ ਆਇਆ ਹੋਇਆ, ਇਹ ਡੈਡਲੌਕ ਦਾ ਪੜਾਅ ਆਇਆ ਹੋਇਆ, ਉਹ ਟੁੱਟ ਨਹੀਂ ਰਿਹਾ। 1 ਮਹੀਨਾ ਜਾਂ ਉਦੋਂ ਜ਼ਿਆਦਾ ਦਿਨ ਹੋ ਗਏ ਸਾਨੂੰ ਇੱਥੇ, 1 ਮਹੀਨਾ 4 5 6 ਦਿਨ ਹੋ ਗਏ ਹੋਣੇ ਆ ਬੈਠਿਆਂ ਨੂੰ, ਤੇ ਡੈਡਲੌਕ ਟੁੱਟ ਨਹੀਂ ਰਿਹਾ। ਅਸੀਂ ਹਜੇ ਵੀ ਜਾਬਤੇ 'ਚ, ਅਸੀਂ ਚੜ੍ਹਦੀ ਕਲਾ 'ਚ, ਤੇ ਸਾਡਾ ਏਕਾ ਵੀ ਬਰਕਰਾਰ ਆ। ਵਾਰ-ਵਾਰ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਕਿਸਾਨ ਮਜ਼ਦੂਰ ਏਕਤਾ ਜਿਹੜੀ ਜਿੰਦਾਬਾਦ। ਸੋ ਏਕਤਾ ਜਿਹੜਾ ਲਫ਼ਜ਼ ਆ, ਇਹ ਜਿਹੜਾ ਸਾਨੂੰ ਸਮਝ ਲੈਣਾ ਚਾਹੀਦਾ ਵੀ ਸਾਨੂੰ ਸਾਡੀ ਏਕਤਾ ਤਾਂ ਹੀ ਅਸੀਂ ਦਿਖਾ ਪਾਵਾਂਗੇ ਜੇ ਕੱਲਾ ਉਹ ਨਾਅਰਿਆਂ 'ਚ ਨਾ ਹੋਵੇ, ਜੋ ਪ੍ਰੈਕਟਿਸ 'ਚ ਵੀ ਜਾਂ ਸਾਰਾ ਡਿਸਕੋਰਸ ਜੋ ਚੱਲ ਰਿਹਾ ਉੱਥੇ ਵੀ ਸਾਨੂੰ ਦਿਖੇ। ਹੁਣ ਡਿਸਕੋਰਸ ਕੀ ਚੱਲ ਰਿਹਾ, ਅੱਜ ਜਿਹੜਾ ਡੈਡਲੌਕ ਕ੍ਰੀਏਟ ਹੋਇਆ ਉਸ ਡੈਡਲੌਕ ਨੂੰ ਤੋੜਨ ਦੇ ਲਈ ਜਾਂ ਸਾਡੀ ਰਣਨੀਤੀ ਘੜਨ ਲਈ ਸਾਡੇ ਕੋਲੇ ਕੁਝ ਆਈਡੀਆਜ਼ ਆ। ਥੋੜਾ ਜਿਹਾ ਇੱਧਰ ਨੂੰ ਘੁਮਾਓ ਜੀ। ਹਾਂਜੀ, ਸਾਡੇ ਕੋਲੇ ਕੁਝ ਆਈਡੀਆਜ਼ ਆ। ਉਹ ਆਈਡੀਆਜ਼ ਅਸੀਂ ਤੁਹਾਡੇ ਨਾਲ ਬੈਠ ਕੇ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨਾਲ ਬੈਠ ਕੇ ਡਿਸਕਸ ਕਰਨਾ ਚਾਹੁੰਦੇ ਆ, ਕਿਉਂਕਿ ਇਹ ਕੋਈ ਬਹੁਤ ਚੰਗੀ ਜਾਂ ਸੋਹਣੀ ਗੱਲ ਨਹੀਂ ਹੁੰਦੀ ਵੀ ਅਸੀਂ ਤੁਹਾਡੇ ਰੂਬਰੂ ਸੋਸ਼ਲ ਮੀਡੀਆ ਰਾਹੀਂ ਹੋਈਏ, ਹੋਰ ਸਾਡੇ ਕੋਲੇ ਕੋਈ ਰਾਹ ਨਾ ਹੋਵੇ ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਅਟੈਕ ਕਰਨ ਲੱਗ ਜਾਓ ਤੇ ਆਈਡੀਆਜ਼ ਨੂੰ ਜਨਰੇਟ ਹੀ ਨਾ ਹੋਣ ਦਿਓ, ਤੇ ਵਾਰ-ਵਾਰ ਇਹ ਗੱਲ ਪਰਸਨਲ ਅਟੈਕ ਰਾਹੀਂ ਕਹਿਣ ਲੱਗ ਜਾਓ ਵੀ ਇਹ ਤਾਂ RSS ਆ, ਇਹ ਤਾਂ ਏਜੰਸੀਆਂ ਦੇ ਬੰਦੇ ਆ, ਇਹ ਤਾਂ ਦੋ ਫਾੜ ਕਰ ਰਹੇ ਆ ਸੰਘਰਸ਼ ਨੂੰ। ਸੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਸਾਡੇ ਆਗੂਆਂ ਨੂੰ, ਤੁਹਾਡੀ ਅਗਵਾਈ 'ਚ ਇਹ ਸੰਘਰਸ਼ ਲੜ ਰਹੇ ਆ, ਤੁਹਾਡੀ ਅਗਵਾਈ 'ਚ ਸੰਘਰਸ਼ ਲੜਾਂਗੇ, ਪਰ ਤੁਸੀਂ ਸਾਡੇ ਜਿਹੜੇ ਕੋਈ ਸਲਾਹਾਂ ਜਾਂ ਆਈਡੀਆਜ਼ ਆ ਉਹਨੂੰ ਲਓ। ਜੇ ਤੁਹਾਨੂੰ ਚੰਗੇ ਲੱਗੇ ਤਾਂ ਤੁਸੀਂ ਮੰਨ ਲਿਓ, ਜੇ ਨਹੀਂ ਚੰਗੇ ਲੱਗੇ ਤਾਂ ਨਾ ਮੰਨਿਓ। ਸੋ ਅਗਵਾਈ ਤਾਂ ਤੁਹਾਡੀ ਆ। ਸੋ ਇਸ ਲਈ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਸੀ ਵੀ ਸਟੇਜ ਤੋਂ ਬੋਲਣ ਵਾਸਤੇ ਮੈਂ ਜਾਂ ਸਾਡਾ ਕੋਈ ਵੀ ਬੰਦਾ ਇੱਥੇ ਨਹੀਂ ਆਇਆ। ਅਸੀਂ ਸਟੇਜਾਂ ਤੋਂ ਬੋਲਣ ਨਹੀਂ ਆਏ। ਤੁਸੀਂ ਜੇ ਕਹਿ ਰਹੇ ਹੋ ਵੀ ਸਟੇਜਾਂ ਤੋਂ ਤੁਸੀਂ ਨੇੜੇ ਤੇੜੇ ਵੀ ਨਾ ਆਇਓ, ਨਾ ਬੋਲਿਓ, ਸਿਰ ਮੱਥੇ, ਹਜੇ ਵੀ ਸਿਰ ਮੱਥੇ। ਅਸੀਂ ਇਹ ਕਹਿ ਰਹੇ ਹਾਂ ਵੀ ਸਟੇਜ ਤੋਂ ਆਪਾਂ ਨਹੀਂ ਬੋਲਾਂਗੇ, ਪਰ ਅਸੀਂ ਇਕੱਠੇ ਬਹਿ ਕੇ ਗੱਲਬਾਤ ਆਪਸ 'ਚ ਤਾਂ ਕਰ ਸਕਦੇ ਹਾਂ। ਜੇ ਸਰਕਾਰ ਜਿਹੜੀ ਅੱਜ ਸਾਡੀ ਦੁਸ਼ਮਣ ਆ,
ਜੇ ਤੁਸੀਂ ਉਹਨਾਂ ਨਾਲ ਇੰਨੀਆਂ ਮੀਟਿੰਗਾਂ ਕਰ ਸਕਦੇ ਹੋ ਤਾਂ ਸਾਡਾ ਤਾਂ ਕੋਈ ਪਰਸਨਲ ਵੈਰ ਹੀ ਨਹੀਂ ਨਾ, ਸਾਡਾ ਤਾਂ ਕੁਝ ਨਹੀਂ ਵੰਡਿਆ, ਤੇ ਅਸੀਂ ਆਪਸ 'ਚ ਬੈਠ ਕੇ ਵੀ ਗੱਲਬਾਤ ਕਰ ਸਕਦੇ ਹਾਂ। ਕੀ ਪਤਾ ਜਿਹੜਾ ਇਸ ਡੈਡਲੌਕ ਨੂੰ ਤੋੜਨ ਦਾ ਹੱਲ, ਕਈ ਵਾਰੀ ਸਾਨੂੰ ਲੱਗਦਾ ਹੁੰਦਾ ਵੀ ਹੱਲ ਇੱਕੋ ਪਾਸੇ ਪਿਆ, ਕੀ ਪਤਾ ਉਹ ਦੂਜੇ ਪਾਸੇ ਹੱਲ ਪਿਆ ਹੋਵੇ ਤੇ ਉਹ ਹੱਲ ਸਾਨੂੰ ਦੇਖ ਹੀ ਨਹੀਂ ਰਿਹਾ ਹੋਵੇ, ਤੇ ਅਸੀਂ ਉਹ ਹੱਲ ਤੁਹਾਨੂੰ ਦਿਖਾਉਣ 'ਚ ਆਪਦੀ ਥੋੜੀ ਬਹੁਤ ਹੈਲਪ ਕਰ ਦਈਏ, ਥੋੜੀ ਬਹੁਤ ਸਹਾਇਤਾ ਕਰ ਦਈਏ। ਸੋ ਇਸ ਖਾਤਰ ਮੇਰੀ ਤੁਹਾਨੂੰ ਜਿਹੜੀ ਬੇਨਤੀ ਆ ਹੱਥ ਜੋੜ ਕੇ ਵੀ ਇੱਕ ਤਾਂ ਸਾਨੂੰ ਕੋਆਰਡੀਨੇਸ਼ਨ ਆਪਸ 'ਚ ਬਣਾਉਣੀ ਚਾਹੀਦੀ ਆ, ਇਹ ਸਾਡੇ ਸੰਘਰਸ਼ ਲਈ ਵੀ ਜ਼ਰੂਰੀ ਆ। ਜੇ ਅਸੀਂ ਕੋਆਰਡੀਨੇਸ਼ਨ ਆਪਸ 'ਚ ਨਹੀਂ ਬਣਾ ਕੇ ਚੱਲਾਂਗੇ ਤਾਂ ਸਰਕਾਰਾਂ ਤਾਂ ਇਹ ਚਾਹੁੰਦੀਆਂ ਫਿਰ, ਔਰ ਜੇ ਕਿਤੇ ਜੇ ਸਾਡੇ ਵਖਰੇਵੇਂ ਵੀ ਸੀ, ਦੇਖੋ ਵਖਰੇਵੇਂ ਜਿਹੜੇ ਸੀ ਉਹ ਸਿਧਾਂਤਕ ਸੀ ਜਾਂ ਉਹ ਸੰਘਰਸ਼ ਦੇ ਪੈਂਤੜਿਆਂ ਨੂੰ, ਰਣਨੀਤੀ ਨੂੰ ਲੈ ਕੇ ਸੀ। ਵਖਰੇਵੇਂ ਕੋਈ ਪਰਸਨਲ ਵਖਰੇਵੇਂ ਥੋੜੀ ਆਪਣੇ। ਸੋ ਜੇ ਸਿਧਾਂਤਕ ਵਖਰੇਵਿਆਂ ਤੇ ਅਸੀਂ ਇੱਕ ਦੂਜੇ ਦੇ ਖਿਲਾਫ ਪੋਜੀਸ਼ਨ ਲੈ ਲਾਂਗੇ, ਇਹ ਤਾਂ ਪੋਲੀਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ ਵੀ ਜਿਹੜਾ ਸਾਡੇ ਖਿਲਾਫ ਸਿਧਾਂਤਕ ਤੌਰ ਤੇ ਪੋਜੀਸ਼ਨ ਲੈ ਜੇ ਉਹਨੂੰ ਤੁਸੀਂ ਹੁਣ ਪਰਸਨਲ ਅਟੈਕ ਕਰਨਾ ਸ਼ੁਰੂ ਕਰ ਦਿਓ। ਸੋ ਪਰਸਨਲ ਅਟੈਕ ਅੱਜ ਤੱਕ ਮੈਂ ਆਪਦੇ ਕਿਸੇ ਗੱਲ 'ਚ ਜਾਂ ਸਾਡੇ ਕਿਸੇ ਬੰਦੇ ਨੇ ਜਥੇਬੰਦੀਆਂ ਦੇ ਆਗੂਆਂ ਤੇ ਕੋਈ ਪਰਸਨਲ ਅਟੈਕ ਨਹੀਂ ਕੀਤਾ। ਹਮੇਸ਼ਾ ਹੀ ਇਹ ਗੱਲ ਲੈ ਕੇ ਗਏ ਆ ਵੀ ਜਥੇਬੰਦੀਆਂ ਦੇ ਆਗੂ ਸਤਿਕਾਰਯੋਗ ਆ, ਉਹਨਾਂ ਨੇ ਜਿਹੜੀਆਂ ਲੜਾਈਆਂ 40-50 ਸਾਲਾਂ 'ਚ ਲੜੀਆਂ, ਉਹ ਲੜਾਈਆਂ ਦੀ ਵੀ ਅਸੀਂ ਕਦਰ ਕਰਦੇ ਆ, ਉਸ ਲੜਾਈਆਂ ਨੂੰ ਵੀ ਅਸੀਂ ਮੰਨਦੇ ਆ। ਪਰ ਜਿਸ ਤਰ੍ਹਾਂ ਦਾ ਸੰਘਰਸ਼ ਹੁਣ ਇਹ ਪੈਦਾ ਹੋ ਗਿਆ ਜਾਂ ਜਿਸ ਤਰ੍ਹਾਂ ਦਾ ਵਰਤਾਰਾ ਚੱਲ ਰਿਹਾ, ਉੱਥੇ ਕਈ ਵਾਰੀ ਪੁਰਾਣੇ ਪੈਂਤੜੇ ਜਾਂ ਪੁਰਾਣੀਆਂ ਜਿਹੜੀਆਂ ਰਣਨੀਤੀਆਂ ਉਹ ਨਹੀਂ ਕੰਮ ਆਉਂਦੀਆਂ। ਸਾਨੂੰ ਨਵੇਂ ਪੈਂਤਰੇ ਤੇ ਨਵੀਂ ਰਣਨੀਤੀ ਘੜਨੀ ਪੈਂਦੀ ਆ, ਸਮੇਂ ਦੇ ਅਨੁਸਾਰ ਰਣਨੀਤੀ ਬਦਲਣੀ ਪੈਂਦੀ ਆ। ਇਸ ਖਾਤਰ ਮੇਰੀ ਬੇਨਤੀ ਆ ਵੀ ਅਸੀਂ ਆਪਸ 'ਚ ਕੋਆਰਡੀਨੇਸ਼ਨ ਬਣਾਈਏ, ਤੁਸੀਂ ਸਾਡੀ ਰਿਪਰੈਜ਼ੈਂਟੇਸ਼ਨ ਵੀ ਲਓ, ਅਸੀਂ ਤੁਹਾਨੂੰ ਸਲਾਹਾਂ ਦਈਏ ਤੇ ਅਸੀਂ ਆਪਸ 'ਚ ਜਦੋਂ ਮਿਲ ਕੇ ਬੈਠਾਂਗੇ, ਮੈਂ ਇੱਕ ਵਾਰੀ ਫੇਰ ਕਹਿੰਦਾ ਜੇ ਤੁਹਾਡੇ ਮੇਰੇ ਨਾਲ ਚਲੋ ਇੱਕ ਪਰਸਨਲ ਗੱਲ ਆਪਾਂ ਸ਼ੇਅਰ ਕਰ ਲੈਂਦੇ ਆ, ਪਰ ਜੇ ਤੁਹਾਡਾ ਦਿਲ ਦੁਖਿਆ ਮੇਰੀ ਕਿਸੇ ਗੱਲ ਤੋਂ ਤਾਂ ਮੈਂ ਸਾਰੇ ਜਥੇਬੰਦੀਆਂ ਦੇ ਆਗੂਆਂ ਤੋਂ ਮਾਫੀ ਮੰਗਦਾ। ਇਸ ਗੱਲ 'ਚ ਆਪਾਂ ਕੋਈ ਹੰਕਾਰ ਜਾਂ ਇਨਸਿਕਿਉਰਿਟੀ ਲੈ ਕੇ ਥੋੜੀ ਚੱਲ ਰਹੇ ਆ। ਸੋ ਕੋਈ ਸਿੱਖ ਜਾਂ ਗੁਰੂ ਨਾਨਕ ਸਾਹਿਬ ਤੋਂ ਜਿਹੜਾ ਜਜ਼ਬਾ ਲੈ ਕੇ ਆਪਾਂ ਤੁਰੇ ਆ, ਉੱਥੇ ਕੋਈ ਹੰਕਾਰ ਤੇ ਇਨਸਿਕਿਉਰਿਟੀ ਨਹੀਂ ਆ, ਕੋਈ ਈਗੋ ਨਹੀਂ ਆ, ਤੇ ਅਸੀਂ ਮਾਫੀ ਮੰਗਦੇ ਆ ਜੇ ਤੁਹਾਡਾ ਦਿਲ ਦਿਖਾਇਆ ਤਾਂ। ਉਹ ਕਹਿੰਦੇ ਠੀਕ ਆ, ਕੋਈ ਗੱਲ ਨਹੀਂ, ਫਿਰ ਅਸੀਂ ਦੱਸਾਂਗੇ। ਉਸ ਤੋਂ ਬਾਅਦ ਮੇਰੇ ਨਾਲ ਕੋਈ ਰਾਬਤਾ ਨਹੀਂ ਬਣਾਇਆ। ਦੂਜੇ ਤੀਜੇ ਦਿਨ ਇਨਫੈਕਟ ਮਤਾ ਪਾਤਾ ਵੀ ਦੀਪ ਸਿੱਧੂ ਨੂੰ ਸਟੇਜ ਦੇ ਆਸ-ਪਾਸ ਵੀ ਅਸੀਂ ਫਟਕਣ ਨਹੀਂ ਦੇਵਾਂਗੇ। ਮੈਂ ਕਿਹਾ ਇਹ ਵੀ ਸਿਰ ਮੱਥੇ ਜੀ। ਸੋ ਗੱਲ ਇਹ ਆ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਹੰਕਾਰ, ਕਿਸੇ ਤਰ੍ਹਾਂ ਦੀ ਇਨਸਿਕਿਉਰਿਟੀ ਨਹੀਂ ਹੋਣੀ ਚਾਹੀਦੀ। ਹੰਕਾਰ ਸਾਨੂੰ ਆਪਦੀਆਂ ਪੋਜੀਸ਼ਨਾਂ ਦਾ ਹੁੰਦਾ। ਜਦੋਂ ਅਸੀਂ ਇਹ ਗੱਲ ਮੰਨ ਲਈਏ ਵੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜਾ ਵਰਤਾਰਾ ਸਾਰਾ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਵਾਪਰ ਰਿਹਾ, ਤਾਂ ਫਿਰ ਸਾਨੂੰ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਆ। ਤੇ ਜੇ ਅਸੀਂ ਇਹ ਗੱਲ ਮੰਨ ਲਈਏ, ਸੋ ਤੁਸੀਂ ਦੀਪ ਸਿੱਧੂ ਹੁਣਾਂ ਦੀ ਗੱਲਬਾਤ ਜਿਹੜੀ ਆ ਸੁਣੀ ਆ। ਦੀਪ ਸਿੱਧੂ ਪੰਜਾਬੀਆਂ ਦੇ ਲਈ ਇੱਕ ਨਵੀਂ ਚੀਜ਼ ਆ, ਨਵਾਂ ਵਿਅਕਤੀ ਆ। ਫਿਲਮਾਂ ਦੇ ਜ਼ਰੀਏ ਉਹਨੂੰ ਜ਼ਰੂਰ ਲੋਕੀ ਜਾਣਦੇ ਸੀਗੇ, ਪਰ ਇਸ ਤੋਂ ਪਹਿਲਾਂ ਉਹਦਾ ਕੋਈ ਸਿਆਸਤ ਦੇ ਨਾਲ, ਮੋਰਚਿਆਂ ਦੇ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਰਿਹਾ। ਸ਼ੰਭੂ ਮੋਰਚੇ ਤੋਂ ਕੁਝ ਚਿਰ ਪਹਿਲਾਂ ਹੀ ਉਹਦੀ ਜਿਹੜੀ ਆ ਪੰਜਾਬ ਦੇ ਸੰਘਰਸ਼ ਵਿੱਚ ਐਂਟਰੀ ਹੁੰਦੀ ਆ। ਨਿੱਜੀ ਤੌਰ 'ਤੇ ਜੇ ਮੈਂ ਸੋਚਾਂ, ਮੈਨੂੰ ਨਹੀਂ ਪਤਾ ਕਿ ਦੀਪ ਸਿੱਧੂ ਜਿਹੜਾ ਉਹ ਚੋਰ ਆ ਜਾਂ ਸਾਧ ਆ, ਜਾਂ ਉਹਦੀਆਂ ਕੀ ਮਨਸ਼ਾ ਜਿਹੜੀ ਉਹਦੀ ਹੈਗੀ ਹੈ। ਪਰ ਬਾਕੀਆਂ ਵੱਲ ਜੇ ਦੇਖੀਏ ਤਾਂ ਬਾਕੀਆਂ ਦੇ ਬਾਰੇ ਵੀ ਬਹੁਤ ਕੁਝ ਅਜਿਹਾ ਹੈ ਜਿਹਦੀ ਕਿ ਹਜੇ ਆਪਾਂ ਗੱਲ ਨਹੀਂ ਕਰ ਰਹੇ, ਸਿਰਫ ਇਸ ਕਰਕੇ ਕਿ ਏਕਤਾ ਬਣੀ ਰਹੇ, ਗੱਲਾਂ ਜਿਹੜੀਆਂ ਨਾ ਉਛਾਲੀਆਂ ਜਾਣ। ਕਿਹੜੀਆਂ ਵਾਅਦਾ ਖਿਲਾਫੀਆਂ ਹੋ ਰਹੀਆਂ ਜਾਂ ਕਿਹੜੀਆਂ ਗਲਤ ਗੱਲਾਂ ਹੋ ਰਹੀਆਂ, ਉਹਨਾਂ ਦੇ ਉੱਤੇ ਪਰਦੇ ਪਾਏ ਜਾ ਰਹੇ ਆ। ਸੋ ਨਾ ਤਾਂ ਕਿਸੇ ਦੇ ਉੱਤੇ ਅੰਨਾ ਵਿਸ਼ਵਾਸ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਦੇ ਉੱਤੇ ਅੰਨਾ ਸ਼ੱਕ ਕਰਨਾ ਚਾਹੀਦਾ। ਜੇ ਦੀਪ ਸਿੱਧੂ ਕੋਈ ਗੱਲ ਸਲਾਹ ਦੇਣ ਲਈ ਗੱਲ ਕਰ ਰਿਹਾ ਤਾਂ ਮੇਰਾ ਨਹੀਂ ਖਿਆਲ ਕਿ ਕਿਸਾਨ ਆਗੂ ਜਿਹੜੇ ਆ ਐਡੇ ਵੱਡੇ ਉਹਨਾਂ ਨੂੰ ਘਬਰਾਉਣ ਦੀ ਲੋੜ ਆ ਜਾਂ ਇੰਨੇ ਕਮਜ਼ੋਰ ਆ ਕਿ ਦੀਪ ਸਿੱਧੂ ਉਹਨਾਂ ਦੇ ਕੋਲੋਂ ਕਮਾਂਡ ਖੋਹ ਕੇ ਲੈ ਜਾਊਗਾ। ਪਰ ਇੱਕ ਗੱਲ ਜਿਹੜਾ ਕਿ ਇੱਕ ਵਿਵਾਦ ਬਣਦਾ ਜਾ ਰਿਹਾ ਕਿ ਦੀਪ ਸਿੱਧੂ ਨੂੰ ਨਾਲ ਨਹੀਂ ਜੀ ਲੜਾਉਂਦੇ, ਬੋਲਣ ਨਹੀਂ ਦਿੰਦੇ, ਜਿਹੜੀ ਸੁਣ ਲਈ ਜਾਂਦੀ ਆ ਤੇ ਇੱਕ ਮੁੱਦਾ ਜਿਹੜਾ ਆ ਸਦਾ ਦੇ ਵਾਸਤੇ ਨਿਬੜ ਜਾਂਦਾ ਆ। ਜੇ ਆਪਾਂ ਗੱਲਾਂ ਕਰਦੇ ਹਾਂ ਕਿ ਕਿਸਾਨ ਸੰਘਰਸ਼ ਸਾਰਿਆਂ ਦਾ ਸਾਂਝਾ ਆ, ਇਹਦੇ ਵਿੱਚ ਏਕਾ ਰੱਖਣਾ ਆ, ਪਰ ਉਹ ਗੱਲੀ ਬਾਤੀ ਨਹੀਂ ਹੋਣਾ ਚਾਹੀਦਾ, ਉਹਦੇ ਉੱਤੇ ਅਮਲ ਵੀ ਹੋਣਾ ਚਾਹੀਦਾ ਆ। ਅਖੀਰ ਦੇ ਵਿੱਚ ਗੱਲ ਕਰਦੇ ਹਾਂ ਕਿ ਸਰਕਾਰ ਜਿਹੜੀ ਆ ਗਾਂਹ ਕੀ ਸੋਚ ਰਹੀ ਆ, ਉਹਨਾਂ ਦਾ ਵਤੀਰਾ ਕਿਹੋ ਜਿਹਾ ਆ। ਜਿਸ ਤਰ੍ਹਾਂ ਦੇ ਨਾਲ ਹੁਣ ਤੱਕ 7 ਮੀਟਿੰਗਾਂ ਹੋਈਆਂ, ਜੋ ਸਰਕਾਰ ਦੀ ਬਿਆਨਬਾਜ਼ੀ ਹੋ ਰਹੀ ਆ, ਸਰਕਾਰ ਦੇ ਜਿਹੜੇ ਬੰਦੇ ਆ, ਭਾਜਪਾ ਦੇ ਆਗੂ, ਉਹ ਬਾਹਰ ਗੱਲਾਂ ਬਾਤਾਂ ਕੀ ਕਰ ਰਹੇ ਆ। ਉੱਤੋਂ ਇੱਕ ਗੱਲ ਜਿਹੜੀ ਸਪਸ਼ਟ ਆ ਕਿ ਸਰਕਾਰ
ਹਾਲ ਦੀ ਘੜੀ ਬਿਲਕੁਲ ਵੀ ਝੁਕਣ ਲਈ ਰਾਜ਼ੀ ਜਿਹੜੀ ਹੈ ਨਹੀਂ ਹੈ। ਇਹ ਗੱਲਾਂ ਬਾਤਾਂ ਲਗਾਤਾਰ ਬੇਨਤੀਜਾ ਹੋ ਕੇ ਮੁੱਕ ਰਹੀਆਂ ਆ। ਕਿਸਾਨ ਆਗੂ ਜਿਹੜੇ ਹੌਲੀ ਹੌਲੀ, ਅਸੀਂ ਸਾਰੇ ਉਹਨਾਂ ਦੇ ਵਿੱਚ ਆ, ਕਿਸਾਨ ਮੋਰਚਾ ਵੀ ਉਹਨਾਂ ਦੇ ਜਾਲ ਵਿੱਚ ਫਸ ਜਾ ਰਹੇ ਆ। ਇਹ ਗੱਲ ਉਗਰਾਹਾਂ ਉਹਨਾਂ ਨੇ ਵੀ ਕਹੀ ਹੈ ਕਿ ਕਿਸਾਨ ਜਿਹੜੇ ਆ ਉਹਨਾਂ ਨੂੰ ਹੰਭਾਉਣ ਦੀ, ਥਕਾਉਣ ਦੀ ਜਿਹੜੀ ਰਾਜਨੀਤੀ ਆ ਉਹ ਸਰਕਾਰ ਕਰ ਰਹੀ ਆ। ਸਰਕਾਰ ਦੀ ਸਿੱਧੀ ਨੀਅਤ ਹੈ ਕਿ ਮੋਰਚਾ ਲੰਮਾ ਜਾਵੇ, ਲੋਕ ਹੰਭ ਕੇ ਥੱਕ ਕੇ ਘਰੇ ਚਲੇ ਜਾਣ। ਅਤੇ ਉਸ ਦੇ ਵਿੱਚ ਇਹ ਵੀ ਆ ਕਿ ਅੱਡ ਅੱਡ ਜਥੇਬੰਦੀਆਂ ਦਾ ਮਲਗੂਬਾ ਆ, ਅੱਡ ਅੱਡ ਸੋਚਾਂ ਦੇ ਲੋਕ ਜਿਹੜੇ ਇਕੱਠੇ ਹੋਏ ਆ, ਕਿਤੇ ਨਾ ਕਿਤੇ ਭਿੜ ਪੈਣਗੇ, ਮੋਰਚੇ ਦੇ ਵਿੱਚ ਲੜ ਪੈਣਗੇ। ਮੋਰਚਾ ਇਹਨਾਂ ਦਾ ਆਪੇ ਫੇਲ ਹੋ ਜਾਊਗਾ, ਸਾਨੂੰ ਕੁਛ ਕਰਨ ਦੀ ਜਿਹੜੀ ਆ ਉਹ ਲੋੜ ਨਹੀਂ ਰਹਿਣੀ। ਦੂਜੀ ਗੱਲ ਇੱਕ ਇਹ ਵੀ ਕਹੀ ਜਾ ਸਕਦੀ ਹੈ ਕਿ ਸੁਪਰੀਮ ਕੋਰਟ ਨੇ 9 ਤਰੀਕ ਦੇ ਲਾਗੇ, 9 ਜਨਵਰੀ ਦੇ ਲਾਗੇ ਖੁੱਲ੍ਹ ਜਾਣਾ। ਉਸ ਤੋਂ ਬਾਅਦ ਦੇ ਵਿੱਚ ਭਾਜਪਾ ਦੇ ਸਹਿਯੋਗੀ ਜਿਹੜੇ ਬੈਕ ਦੇ ਉੱਤੇ ਆ, ਕੋਸ਼ਿਸ਼ ਕਰਨਗੇ ਕਿ ਕਿਸਾਨ ਅੰਦੋਲਨ ਦੇ ਉਲਟ 5-6 ਅਰਜ਼ੀਆਂ ਪਵਾ ਦਿੱਤੀਆਂ ਜਾਣ, ਪਟੀਸ਼ਨਾਂ ਪਵਾ ਦਿੱਤੀਆਂ ਜਾਣ, ਸੁਪਰੀਮ ਕੋਰਟ ਨੂੰ ਜਿਹੜਾ ਵਰਤ ਕੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਜਿਹੜੀ ਗੱਲ ਚਲਾਈ ਜਾਵੇ। ਸਾਨੂੰ ਸਖਤ ਪ੍ਰੋਗਰਾਮ ਦੇਣ ਦੀ ਲੋੜ ਆ। ਜਿਹੜਾ ਨੌਜਵਾਨ ਵਰਗ ਆ ਉਹਨੂੰ ਨਾਲ ਲੈ ਕੇ ਅੱਗੇ ਚੱਲਣ ਦੀ ਲੋੜ ਆ। ਅਸੀਂ ਉੱਥੇ ਲੰਗਰ ਛਕਾ ਰਹੇ ਹਾਂ, ਸੇਵਾ ਕਰ ਰਹੇ ਹਾਂ, ਬਹੁਤ ਚੰਗੀ ਗੱਲ ਆ। ਪਰ ਇਹ ਵੀ ਸੋਚਣ ਵਾਲੀ ਗੱਲ ਆ ਕਿ ਸਾਡਾ ਅੰਦੋਲਨ ਲੰਮਾ ਪੈ ਰਿਹਾ। ਸਾਡੇ ਕਿਸਾਨ ਮਜ਼ਦੂਰ ਜਿਹੜੇ ਆ ਉਹ ਰੋਜ਼ਾਨਾ ਜਾਨਾਂ ਗਵਾ ਰਹੇ ਆ। ਸਰਕਾਰ ਦਾ ਇਹਨਾਂ ਗੱਲਾਂ ਦੇ ਉੱਤੇ ਕੋਈ ਅਸਰ ਵੀ ਜਿਹੜਾ ਆ ਉਹ ਨਹੀਂ ਹੋ ਰਿਹਾ। ਰਾਤ ਭਰ ਮੀਂਹ ਪਿਆ, ਟੈਂਟਾਂ ਦੇ ਵਿੱਚ ਦੀ ਪਾਣੀ ਅੱਗੇ ਚੱਲ ਗਿਆ। ਠੰਡ ਤੋਂ ਬਚਣ ਲਈ ਜੋ ਕੱਪੜਾ ਲੀੜਾ ਉਹਨਾਂ ਨੇ ਰੱਖਿਆ ਹੋਇਆ ਸੀ ਉਹ ਗਿੱਲਾ ਹੋ ਚੁੱਕਾ ਆ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਆ। ਉਸ ਤੋਂ ਬਾਅਦ ਦੇ ਵਿੱਚ ਇੱਕੋ ਇੱਕ ਤਰੀਕਾ ਜਿਹੜਾ ਇਹੀ ਬਚਦਾ ਆ ਕਿ ਸਰਕਾਰ ਦੇ ਉੱਤੇ ਜਿੰਨਾ ਚਿਰ ਪ੍ਰੈਸ਼ਰ ਨਹੀਂ ਬਣਦਾ ਉਹਨਾਂ ਨੇ ਨਹੀਂ ਸੁਣਨੀ। ਪੰਜਾਬੀ ਦੀ ਵੱਡੀ ਕਹਾਵਤ ਹੈ ਕਿ ਉਨਾ ਚਿਰ ਮਾਂ ਵੀ ਦੁੱਧ ਨਹੀਂ ਦਿੰਦੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਹੈਗਾ। ਸੋ ਕਿਸਾਨ ਆਗੂਆਂ ਨੂੰ, ਸਾਨੂੰ ਸਭ ਨੂੰ ਉਹੋ ਜਿਹੀ ਰਣਨੀਤੀ ਜਿਹੜੀ ਹੈ ਘੜਨੀ ਪਊਗੀ ਕਿ ਸਰਕਾਰ ਸਾਡੀ ਸੁਣੇ। ਅਦਰਵਾਈਜ਼ ਜਿਹੜਾ ਮੋਰਚੇ ਦੇ ਵਿੱਚ ਚੜ੍ਹਦੀ ਕਲਾ ਆ, ਚਾਹੇ ਠੰਡ ਆ, ਮੀਂਹ ਪੈ ਰਿਹਾ ਆ, ਪਰ ਲੋਕ ਫਿਰ ਵੀ ਚੜ੍ਹਦੀ ਕਲਾ ਦੇ ਜਕਾਰੇ ਗੁੰਜਾ ਰਹੇ ਆ, ਇਸ ਸੋਚ ਦੇ ਨਾਲ ਕਿ ਅਸੀਂ ਇੱਥੋਂ ਜਿੱਤ ਕੇ ਮੁੜਨਾ ਆ ਅਤੇ ਇਹ ਜਿੱਤ ਹਰ ਹਾਲ ਹੋਣੀ ਹੀ ਹੋਣੀ ਆ। ਇੱਥੇ ਪ੍ਰੋਗਰਾਮ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਇੱਕ ਵਾਰੀ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।